ਸਤਿ ਸ੍ਰੀ ਅਕਾਲ ਨਾਜ਼ਰੀਨ। ਮੈਂ ਹਾਂ ਹਰਮੀਤ ਸ਼ਾਹ ਸਿੰਘ ਤੇ ਅੱਜ ਤੁਹਾਡੇ ਨਾਲ ਅਸੀਂ ਜੁੜੇ ਹਾਂ ਇੱਕ ਐਸੀ ਸ਼ਖਸੀਅਤ ਨਾਲ ਜਿਨ੍ਹਾਂ ਦਾ ਜਿਹੜਾ ਜੀਵਨ ਜਿਹੜਾ ਹੈਗਾ ਉਹ ਲਾਈਫ ਜਰਨੀ ਜਿਹਨੂੰ ਕਿਹਾ ਜਾਏ ਉਹ ਸ਼ੁਰੂ ਹੁੰਦੀ ਹੈ ਦਿੱਲੀ ਦੇ ਰਜੌਰੀ ਗਾਰਡਨ ਤੋਂ। ਹੁਣ ਰਜੌਰੀ ਗਾਰਡਨ ਕਿਹੜੀ ਜਗ੍ਹਾ ਹੈਗਾ? ਇਟਸ ਅ ਨੇਬਰਹੁੱਡ ਇਨ ਵੈਸਟ ਦਿੱਲੀ। ਉੱਥੋਂ ਇਹਨਾਂ ਦੀ ਲਾਈਫ ਜਰਨੀ ਸ਼ੁਰੂ ਹੁੰਦੀ ਹੈ ਤੇ ਉੱਥੇ ਇੱਕ ਸਕੂਲ ਹੈਗਾ ਜਿਹੜਾ ਉਸ ਵੇਲੇ ਸੀ ਇੱਕ ਗੁਰਦੁਆਰੇ ਦੇ ਪਿੱਛੇ। ਤੁਸੀਂ ਉੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਸਨ ਤੇ ਉਹਨਾਂ ਦੇ ਪਿੱਛੇ ਇੱਕ ਸਕੂਲ ਹੈਗਾ ਸੀ, ਗੁਰੂ ਨਾਨਕ ਪਬਲਿਕ ਸਕੂਲ। ਹੁਣ ਉਹਦੀ ਬਿਲਡਿੰਗ ਸ਼ਿਫਟ ਹੋ ਗਈ ਦੂਸਰੇ ਪਾਸੇ, ਲੇਕਿਨ ਉਸ ਵੇਲੇ ਉਧਰ ਸੀ ਤੇ ਉਧਰ ਇਹਨਾਂ ਨੇ ਐਲੀਮੈਂਟਰੀ ਲੈਵਲ ਜਿਹਨੂੰ ਅਸੀਂ ਇੰਡੀਆ ਵਿੱਚ ਪ੍ਰਾਇਮਰੀ ਲੈਵਲ ਕਹਿੰਦੇ ਆ, ਉੱਥੇ ਤੱਕ ਇਹਨਾਂ ਨੇ ਸਕੂਲਿੰਗ ਕੀਤੀ। ਫਿਰ ਉਸ ਤੋਂ ਬਾਅਦ ਕਈ ਦਹਾਕੇ ਨਿਕਲ ਗਏ ਐਂਡ ਡੈਕੇਡਸ ਪਾਸ ਤੇ ਫਿਰ ਇਹਨਾਂ ਦੀ ਜਿਹੜੀ ਤਸਵੀਰਾਂ ਨੇ ਉਹ ਆਂਦੀਆਂ ਨੇ ਦੁਨੀਆ ਦੇ ਸਭ ਤੋਂ ਪਾਵਰਫੁਲ ਐਡਰੈਸ ਤੋਂ, ਐਂਡ ਦੈਟ ਐਡਰੈਸ ਇਜ਼ ਦ ਵਾਈਟ ਹਾਊਸ। ਅਸੀਂ ਇਹਨਾਂ ਦੀ ਤਸਵੀਰਾਂ ਦੇਖੀਆਂ ਪ੍ਰੈਜ਼ੀਡੈਂਟ ਓਬਾਮਾ ਨਾਲ, ਇਹਨਾਂ ਦੀ ਤਸਵੀਰਾਂ ਹੁੰਦੀਆਂ ਨੇ ਪ੍ਰੈਜ਼ੀਡੈਂਟ ਬਾਈਡਨ ਨਾਲ ਤੇ ਹਾਲ ਦੀ ਘੜੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵੀ। ਇਹ ਨੇ ਗੁਰਦੀਪ ਕੌਰ ਚਾਵਲਾ। ਸਤਿ ਸ਼੍ਰੀ ਅਕਾਲ ਜੀ ਗੁਰਦੀਪ ਕੌਰ ਜੀ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ, ਤੁਹਾਡੇ ਦਰਸ਼ਕਾਂ ਨੂੰ ਵੀ, ਸਭ ਨੂੰ ਸਤਿ ਸ਼੍ਰੀ ਅਕਾਲ। ਤੇ ਗੁਰਦੀਪ ਕੌਰ ਚਾਵਲਾ ਜੀ ਜਿਹੜੇ ਨੇ ਉਹਨਾਂ ਦੀ ਕਿਸ ਤਰ੍ਹਾਂ ਤਸਵੀਰਾਂ ਆਉਂਦੀਆਂ ਨੇ? ਬਿਕਾਜ਼ ਇਹ ਵਾਈਟ ਹਾਊਸ ਦੇ ਵਿੱਚ ਸ਼ੀ ਇਜ਼ US ਪ੍ਰੈਜ਼ੀਡੈਂਸ਼ੀਅਲ ਇੰਟਰਪ੍ਰੇਟਰ। ਖਾਸ ਕਰਕੇ ਜਦੋਂ ਇੰਡੀਅਨ ਲੀਡਰਸ਼ਿਪ ਉੱਥੇ ਜਾਂਦੀ ਹੈ ਤੇ ਉੱਥੇ ਜਿਹੜਾ ਇੰਟਰਪ੍ਰੀਟੇਸ਼ਨ ਦੀ ਜਿਹੜੀ ਸੇਵਾ ਹੁੰਦੀ ਹੈ ਉਹ ਇਹ ਉੱਥੇ ਨਿਭਾਉਂਦੇ ਨੇ। ਔਰ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਸੇਵਾ ਨਿਭਾ ਰਹੇ ਨੇ, ਪਹਿਲੇ ਵੀ ਇਹਨਾਂ ਦੇ ਪ੍ਰੋਫੈਸ਼ਨਲ ਇੰਟਰਪ੍ਰੇਟਰ ਰਹੇ ਨੇ। ਬਾਕੀ ਸਾਰੀ ਗੱਲ ਇਹਨਾਂ ਕੋਲ ਅਸੀਂ ਆਪ ਪੁੱਛਾਂਗੇ ਤੇ ਲੇਕਿਨ ਥੋੜੀ ਜਿਹੀ ਇੰਟਰੋਡਕਸ਼ਨ ਵਜੋਂ ਮੈਂ ਦੱਸਦਾ ਕਿ ਇਹ ਉਧਰੋਂ ਜਿਹੜੀ ਸੇਵਾ ਜਿਹੜੀ ਸ਼ੁਰੂ ਹੋਈ ਇਹਨਾਂ ਦੀ ਐਜ਼ US ਪ੍ਰੈਜ਼ੀਡੈਂਸ਼ੀਅਲ ਇੰਟਰਪ੍ਰੇਟਰ, ਇਹ ਪ੍ਰੈਜ਼ੀਡੈਂਟ ਓਬਾਮਾ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ। ਤੇ ਗੁਰਦੀਪ ਕੌਰ ਜੀ, ਮੈਂ ਥੋੜੀ ਜਿਹੀ ਇੰਟਰੋਡਕਸ਼ਨ ਦਿੱਤੀ ਹੈ ਕਿ ਮੈਂ ਸਾਰੀ ਗੱਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਤੁਹਾਨੂੰ ਪੁੱਛਾਂਗਾ ਕਿ ਫਰੋਮ ਰਜੌਰੀ ਗਾਰਡਨ ਟੂ ਵਾਈਟ ਹਾਊਸ ਇਸ ਜਰਨੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਥੋੜਾ ਸਾਨੂੰ ਤਫਸੀਲ ਨਾਲ ਦੱਸੋ। ਆਈ ਮੀਨ ਜਸਟ ਕਿਸ ਤਰ੍ਹਾਂ ਰਹੀ ਹੈ ਜਰਨੀ ਔਰ ਕਿਵੇਂ ਸ਼ੁਰੂ ਹੁੰਦੀ ਹੈ? ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਸ਼ੋਅ ਤੇ ਬੁਲਾਇਆ। ਤੇ ਮੇਰੀ ਜਰਨੀ ਹੋਈ ਸ਼ੁਰੂ ਰਜੌਰੀ ਗਾਰਡਨ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ। ਮੇਰੇ ਪੇਰੈਂਟਸ ਉੱਥੇ ਹੀ ਰਹਿੰਦੇ ਸੀ, ਮੇਰੇ ਭੈਣ ਭਰਾ ਸਭ ਅਸੀਂ ਰਜੌਰੀ ਗਾਰਡਨ ਵਿੱਚ ਹੀ ਰਹਿੰਦੇ ਸੀ। ਔਰ ਜਦੋਂ ਸਕੂਲਿੰਗ ਦੀ ਗੱਲ ਆਈ ਤੇ ਮੇਰੇ ਪੇਰੈਂਟਸ ਦੋਨਾਂ ਨੂੰ ਇਹ ਸੀ ਕਿ ਬੱਚਿਆਂ ਨੂੰ ਗੁਰਸਿੱਖੀ ਦਾ ਵੀ ਗਿਆਨ ਹੋਵੇ, ਆਪਣੇ ਕਲਚਰ ਬਾਰੇ, ਆਪਣੀ ਸੰਸਕ੍ਰਿਤੀ ਬਾਰੇ, ਆਪਣੇ ਧਰਮ ਬਾਰੇ, ਗੁਰੂਆਂ ਨੇ ਕੀ ਕਿਹਾ, ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਤੇ ਇਸ ਲਈ ਐਸੀ ਜਗ੍ਹਾ ਲੱਭੀ ਜਾਏ ਜਿੱਥੇ ਬੱਚਿਆਂ ਦੀ ਜਿਹੜੀ ਜੜ੍ਹਾਂ ਨੇ, ਜੋ ਰੂਟਸ ਨੇ, ਥੋੜੀ ਹੋਰ ਜ਼ਿਆਦਾ ਮਜ਼ਬੂਤ ਹੋ ਸਕਣ। ਸੋ ਉੱਥੇ ਫਿਰ ਅਸੀਂ ਦੇਖਿਆ ਗੁਰੂ ਨਾਨਕ ਪਬਲਿਕ ਸਕੂਲ। ਥੋੜਾ ਮੇਰੀ ਮੰਮੀ ਨੇ ਰਿਸਰਚ ਕੀਤੀ, ਜਾ ਕੇ ਮਿਲ ਕੇ ਆਏ ਪ੍ਰਿੰਸੀਪਲਸ ਨੂੰ, ਇੱਕ ਦੋ ਹੋਰ ਸਕੂਲਾਂ ਦੇ ਵੀ। ਤੇ ਫਿਰ ਉੱਥੇ ਜਾ ਕੇ ਉਹਨਾਂ ਨੇ ਪ੍ਰਿੰਸੀਪਲ ਨਾਲ ਗੱਲ ਕੀਤੀ ਕਿ ਹਾਂ ਸਾਡੇ ਦੋ ਬੱਚੇ ਹੈਗੇ ਨੇ, ਅਸੀਂ ਇਹਨਾਂ ਨੂੰ ਇੱਥੇ ਪਾਉਣਾ ਚਾਹੁੰਦੇ ਹਾਂ। ਤੇ ਉਹਨਾਂ ਨੇ ਫਿਰ ਉੱਥੇ ਐਡਮਿਸ਼ਨ ਦਿੱਤਾ ਸਾਨੂੰ। ਔਰ ਮੇਰੇ ਖਿਆਲ ਸੈਕਿੰਡ ਗ੍ਰੇਡ ਜਾਂ ਫਸਟ ਗ੍ਰੇਡ ਤੋਂ ਲੈ ਕੇ 5ਵੀਂ ਕਲਾਸ ਤੱਕ, 5th ਗ੍ਰੇਡ ਤੱਕ ਮੈਂ ਉੱਥੇ ਪੜ੍ਹਾਈ ਕੀਤੀ। ਤੇ ਉੱਥੇ ਬਸ ਸਾਨੂੰ ਮੇਰੇ ਖਿਆਲ ਸਾਡੇ ਸਵੇਰੇ ਸਕੂਲ ਦੀ ਜੋ ਪ੍ਰੇਅਰ ਸ਼ੁਰੂ ਹੁੰਦੀ ਸੀ, ਜੋ ਅਸੈਂਬਲੀ ਕਹਿੰਦੇ ਸੀ ਉਸ ਟਾਈਮ ਤੇ, ਉਹ ਪਹਿਲਾਂ ਇੱਕ ਸ਼ਬਦ ਪੜ੍ਹਿਆ ਜਾਂਦਾ ਸੀਗਾ, ਉਹਦੇ ਬਾਅਦ ਫਿਰ ਅਰਦਾਸ ਹੁੰਦੀ ਸੀ। ਇੱਕ ਪਹਿਲਾ ਵਾਲਾ ਭਾਵੇਂ ਚਾਹੇ ਇੱਕ ਪਹਿਲਾ ਵਾਲਾ ਪੈਰਾਗ੍ਰਾਫ ਹੀ ਹੁੰਦਾ ਸੀ ਅਰਦਾਸ ਦਾ। ਔਰ ਫਿਰ ਉਸ ਦੇ ਬਾਅਦ ਅਰਦਾਸ ਕਰਕੇ ਫਿਰ ਕਲਾਸਾਂ ਸਟਾਰਟ ਹੁੰਦੀਆਂ ਸੀ। ਹੋਰ ਉਹਦਾ ਬਾਅਦ ਅਸੀਂ ਲੋਕ, ਮੈਨੂੰ ਇੰਨਾ ਯਾਦ ਹੈ ਸਕੂਲ ਦੇ ਬਾਰੇ, ਸਭ ਤੋਂ ਵੱਡੀ ਮੇਰੀ ਯਾਦ ਹੈਗੀ ਕਿ ਉੱਥੇ ਲੋਕ ਨਗਰ ਕੀਰਤਨ, ਜਿਹਨੂੰ ਅਸੀਂ ਇਸ ਟਾਈਮ ਤੇ ਜਲੂਸ ਕਹਿੰਦੇ ਸੀ, ਉਹ ਬੜਾ ਵੱਡਾ ਹਾਈਲਾਈਟ ਸੀ ਬੱਚਿਆਂ ਲਈ। ਸੋ ਉਹ ਸਾਨੂੰ ਉੱਥੇ ਲੈ ਕੇ ਜਾਂਦੇ ਸੀ ਉਸ ਜਲੂਸ ਵਿੱਚ ਹਮੇਸ਼ਾ, ਹਰ ਸਾਲ ਨਾ, ਚਾਹੇ ਸੀਸਗੰਜ ਸਾਹਿਬ ਗੁਰਦੁਆਰਾ ਹੋਏ, ਰਕਾਬਗੰਜ ਸਾਹਿਬ ਗੁਰਦੁਆਰਾ ਹੋਏ, ਜਾਂ ਰਜੌਰੀ ਗਾਰਡਨ ਦਾ ਆਪਣਾ ਇੱਕ ਲੋਕਲ ਵੀ ਹੁੰਦਾ ਸੀ ਜਲੂਸ। ਉੱਥੇ ਜਾਣ ਲਈ ਮੈਨੂੰ ਉਹਦੀ ਬੜੀ ਅਟਰੈਕਸ਼ਨ ਹੁੰਦੀ ਸੀ ਜਾਣ ਦੀ। ਸੋ ਉੱਥੇ ਸੀ ਹਰ ਸਾਲ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕਿ ਹਾਲਾਂਕਿ ਵੀ ਕ੍ਰਾਸ ਪਾਥਸ ਐਕਚੁਅਲੀ ਇਨ ਲੰਡਨ, ਜਦੋਂ ਇਹ ਲੰਡਨ ਆਏ ਸਨ, ਪਰ ਸਾਡਾ ਸਕੂਲ ਇੱਕ ਹੀ ਸੀ। ਹਾਲਾਂਕਿ ਅਸੀਂ ਇੱਕ ਦੂਸਰੇ ਨੂੰ ਅਲੱਗ-ਅਲੱਗ ਟਾਈਮ ਤੇ ਗਏ ਹਾਂ। ਹਾਂਜੀ, ਮੈਂ ਸਕੂਲ ਮੇਰਾ ਵੀ ਗੁਰੂ ਨਾਨਕ ਪਬਲਿਕ ਸਕੂਲ ਹੀ ਸੀ ਤੇ ਮੈਨੂੰ ਵੀ ਯਾਦ ਪੈਂਦਾ, ਹਾਲਾਂਕਿ ਇਹ ਮੇਰੇ ਤੋਂ ਪਹਿਲੇ ਸਨ ਉੱਥੇ, ਲੇਕਿਨ ਮੈਨੂੰ ਵੀ ਅੱਜ ਯਾਦ ਹੈ ਕਿ ਉਸ ਵੇਲੇ ਜਿਹੜੇ ਪੋਸਟਰਸ ਹੁੰਦੇ ਸੀ, ਜੋ ਛੋਟੇ ਹੁੰਦੇ ਅਸੀਂ ਵੇਖਦੇ ਸੀ, ਨਗਰ ਕੀਰਤਨ ਦੀ ਜਿਹੜੀ ਟਰਮੀਨੋਲੋਜੀ ਉਹ ਬਾਅਦ ਚੋਂ ਆਉਂਦੀ ਤੇ ਉੱਥੇ ਜਲੂਸ ਲਿਖਿਆ ਹੁੰਦਾ ਸੀ। ਮੈਨੂੰ ਕਲੀਅਰ ਕੱਟ ਯਾਦ ਹੈ। ਫਿਰ ਉਸ ਤੋਂ ਬਾਅਦ ਕਮਿਊਨਿਟੀ ਐਲਡਰਸ ਨੇ ਡਿਸਾਈਡ ਕੀਤਾ ਕਿ ਨਹੀਂ, ਇਹ ਨਗਰ ਕੀਰਤਨ ਹੋਣਾ ਚਾਹੀਦਾ। ਮੈਂ ਤੁਹਾਡੇ ਕੋਲ ਪੁੱਛਣਾ ਚਾਹਤਾ ਕਿਉਂਕਿ ਤੁਹਾਡਾ ਮੇਰਾ ਸਕੂਲ ਇੱਕੋ ਹੀ ਸੀ, ਪਰ ਤੁਸੀਂ ਜਦੋਂ ਆਏ ਸੀ ਉਸ ਸਕੂਲ ਦੇ ਵਿੱਚ
ਬਿਕੋਜ਼ ਮੈਂ ਦੇਖ ਰਿਹਾ ਕਿ ਇਹ ਸਾਡਾ ਸ਼ੋਅ ਸਾਰੇ ਦੇ ਸਾਰੇ ਗੁਰੂ ਨਾਨਕ ਪਬਲਿਕ ਸਕੂਲ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਬੱਚੇ ਫੈਲੇ ਹੋਏ ਨੇ, ਉਹਨਾਂ ਨੇ ਵੀ ਵੇਖਣਾ ਹੈ ਹਾਂਜੀ ਜੀ। ਤੇ ਉਸ ਵੇਲੇ ਪ੍ਰਿੰਸੀਪਲ ਸਾਹਿਬਾ ਕੌਣ ਸਨ? ਮੇਰੇ ਵੇਲੇ ਸਨ ਮਿਸਿਸ ਆਰ ਕੇ ਦੱਤਾ। ਤੁਹਾਡੇ ਵੇਲੇ ਅੱਛਾ ਕੌਣ ਜੀ ਸਨ? ਮੇਰੇ ਸਾਹਿਬ ਤੇ ਸੀ ਮਿਸਿਸ ਖੁਰਾਨਾ really ਅੱਛਾ like a very very good teacher very good principal ਬਹੁਤ ਉਹਨਾਂ ਨੇ ਮੈਨੂੰ ਇਨਸਪਾਇਰ ਕੀਤਾ ਸੀ ਅਸੀਂ ਛੋਟੇ ਬੱਚੇ ਸੀ ਉਸ ਟਾਈਮ ਤੇ ਸੈਕੰਡ ਗ੍ਰੇਡ ਟੂ 5th ਗ੍ਰੇਡ ਕਿੰਨਾ ਹੁੰਦਾ ਹੈ ਰਾਈਟ ਬਟ ਹਾਂਜੀ ਬਹੁਤ ਇਨਸਪਾਇਰ ਕੀਤਾ ਉਹਨਾਂ ਨੇ ਸਾਨੂੰ ਮੈਨੂੰ ਯਾਦ ਹੈ ਹੈਂਡ ਰਾਈਟਿੰਗ ਤੇ ਬਹੁਤ ਜ਼ਿਆਦਾ ਉਹ ਲੋਕ ਵਾਓ ਐਮਫੈਸਿਸ ਦਿੰਦੇ ਸੀ ਕਿ ਤੁਹਾਡੀ ਹੈਂਡ ਰਾਈਟਿੰਗ ਬੜੀ ਅੱਛੀ ਹੋਣੀ ਚਾਹੀਦੀ ਤੇ ਉਹਨੂੰ ਜੀਕੇ ਕਹਿੰਦੇ ਸੀ ਜਨਰਲ ਨੌਲੇਜ ਸਾਡੀ ਕਲਾਸ ਹਾਂਜੀ ਹੁੰਦੀ ਸੀ ਜੀਕੇ ਸੋ ਉਹ ਖੁਦ ਪੜ੍ਹਾਉਂਦੇ ਹੁੰਦੇ ਸੀ ਜੀਕੇ ਬੜੀ ਅੱਛੀ ਹੋਣੀ ਚਾਹੀਦੀ ਹੈ ਐਂਡ ਆਈ ਥਿੰਕ ਉੱਥੋਂ ਹੀ ਸਮਵੇਅਰ ਮੈਨੂੰ ਲੱਗਦਾ ਹੈ ਕਿ ਜਿਵੇਂ ਕਹਿੰਦੇ ਨਾ ਇੱਕ ਬੀਜ ਸੁੱਟਦੇ ਹੋ ਔਰ ਉਹ ਬੀਜ ਫਿਰ ਪਨਪਦਾ ਹੈਗਾ ਮੈਨੂੰ ਲੱਗਦਾ ਉਹ ਬੀਜ ਉਹਨਾਂ ਨੇ ਵਰਲਡ ਅਫੇਅਰਸ ਦਾ ਜਨਰਲ ਨੌਲੇਜ ਦਾ ਜਨਰਲ ਅਫੇਅਰਸ ਦਾ ਪੋਲਿਟਿਕਸ ਦਾ ਉਹ ਬੀਜ ਉਹਨਾਂ ਨੇ ਸੁੱਟਿਆ ਸੀ ਉਸ ਟਾਈਮ ਤੇ ਮੈਨੂੰ ਕਈ ਵਾਰੀ ਲੱਗਦਾ ਹੈਗਾ ਇਸ ਤਰ੍ਹਾਂ ਨਾਲ ਔਰ ਉਹ ਬਾਅਦ ਚ ਪਨਪਦੇ ਤੁਸੀਂ ਵਰਲਡ ਪੋਲਿਟਿਕਸ ਵਿੱਚ ਆ ਜਾਂਦੇ ਹੈਗੇ ਹੋ ਐਂਡ ਦੈਨ ਆਈ ਲੁੱਕ ਬੈਕ ਜੜਾ ਕਿੱਥੋਂ ਸ਼ੁਰੂ ਹੋਈਆਂ ਸੀ ਸੋ ਆਈ ਗਿਵ ਅ ਲੋਟ ਆਫ ਕ੍ਰੈਡਿਟ ਟੂ ਹਰ ਬਟ ਅਨਫੋਰਚੂਨੇਟਲੀ ਮੈਨੂੰ ਅੱਜ ਨਹੀਂ ਪਤਾ ਕਿ ਉਹ ਕਿੱਥੇ ਨੇ ਕਿੱਥੇ ਹੋਣਗੇ ਅਦਰਵਾਈਜ਼ ਆਈ ਵੁੱਡ ਹੈਵ ਗੋਨ ਐਂਡ ਪਰਸਨਲੀ ਗਿਵਨ ਮਾਈ ਥੈਂਕਸ ਟੂ ਹਰ ਜਾ ਕੇ ਮਿਲ ਕੇ ਆਂਦੀ ਮੈਂ ਉਹਨਾਂ ਨੂੰ ਨਹੀਂ ਵੈਸੇ ਮੇਰੇ ਕੋਲ ਬਹੁਤ ਮੇਲਸ ਆਈਆਂ ਸੀ, ਮੈਸੇजेस ਵੀ ਆਏ ਸੀ ਤੇ ਤੁਹਾਨੂੰ ਬਹੁਤ ਮਿਲਣਾ ਚਾਹੁੰਦੇ ਨੇ ਉੱਥੇ ਜ਼ਰੂਰ ਸਕੂਲ ਦੇ ਵਿੱਚ ਤੇ ਉਹ ਇਨਫੈਕਟ ਦੇ ਵੁੱਡ ਲਾਈਕ ਟੂ ਆਨਰ ਯੂ। ਤੇ ਮੈਨੂੰ ਯਾਦ ਹੈਗਾ ਕਿ ਆਪਾਂ ਜਦੋਂ ਉੱਥੇ ਬੈਠੇ ਸੀ ਤੁਸੀਂ ਦੋ ਟੀਚਰਸ ਦੇ ਨਾਂ ਲਏ ਸੀ, ਮਿਸਿਸ ਨਰੇਸ਼ ਮੈਂ ਉਹਨਾਂ ਕੋਲ ਪੜ੍ਹਿਆ ਹੋਇਆ, ਜੀ ਸਰਦਾਰ ਕੇ ਬਵੇਜਾ ਮੈਂ ਉਹਨਾਂ ਕੋਲ ਹੀ ਪੜ੍ਹਿਆ ਹੋਇਆ ਜੀ ਤੇ ਉਹ ਸਾਡੇ ਕਾਮਨ ਟੀਚਰਸ ਹੈਗੇ ਸਨ। ਹਾਂਜੀ 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 ਮੇਰੇ ਕੋਲ ਬਵੇਜਾ ਸਾਨੂੰ ਮੇਰੇ ਖਿਆਲ ਜਿੱਥੇ ਤੱਕ ਮੈਨੂੰ ਯਾਦ ਹੈਗਾ ਇੰਗਲਿਸ਼ ਕਰਾਉਂਦੇ ਸੀ ਜਾਂ ਸੋਸ਼ਲ ਸਟੱਡੀਜ਼ ਕਰਾਉਂਦੇ ਸੀ ਔਰ ਮਿਸ ਨਰੇਸ਼ ਮੈਥ ਕਰਾਉਂਦੇ ਸੀ ਔਰ ਸਾਇੰਸ ਹਾਂਜੀ ਕਰਾਉਂਦੇ ਸੀ ਇਫ ਆਈ ਰਿਮੈਂਬਰ ਹਾਂਜੀ ਵੈਲ ਵੈਰੀ ਗੁੱਡ। ਹੁਣ ਅੱਗੇ ਚੱਲਦੇ ਹਾਂ, ਇਹ ਸਕੂਲ ਦੀ ਤੁਹਾਡੀ ਜਰਨੀ ਹੁੰਦੀ ਹੈ, ਜੀ ਉਸ ਤੋਂ ਬਾਅਦ ਤੁਸੀਂ ਸਕੂਲ ਚੇਂਜ ਹੁੰਦਾ ਹੈ ਤੇ ਜੀ ਉਸ ਤੋਂ ਬਾਅਦ ਤੁਹਾਡਾ ਕਾਲਜ ਸ਼ੁਰੂ ਹੁੰਦਾ ਹੈ। ਜੀ ਹੁਣ ਇਹ ਜਿਹੜੀ ਜਰਨੀ ਹੈ ਹੁਣ ਇਸ ਉੱਤੇ ਥੋੜਾ ਜਿਹਾ ਸਾਨੂੰ ਦੱਸੋ ਕਿਸ ਤਰ੍ਹਾਂ ਰਹੀ? ਸੋ ਕਾਲਜ ਮੇਰਾ ਹੋਇਆ ਸੇਂਟ ਸਟੀਵਨਸ ਕਾਲਜ ਦਿੱਲੀ ਯੂਨੀਵਰਸਿਟੀ ਮੇਰਾ ਹਮੇਸ਼ਾ ਤੋਂ ਸੀਗਾ ਕਿ ਮੈਂ ਇੰਗਲਿਸ਼ ਆਨਰਸ ਕਰਨਾ ਚਾਹੁੰਦੀ ਹਾਂ ਔਰ ਇੰਗਲਿਸ਼ ਆਨਰਸ ਵਾਸਤੇ ਜਦੋਂ ਮੈਂ ਦੇਖਿਆ ਥੋੜਾ ਰਿਸਰਚ ਕੀਤੀ ਤੇ ਲੱਗਿਆ ਕਿ ਬੈਸਟ ਕਾਲਜ ਜਿਹੜਾ ਹੈਗਾ ਸੇਂਟ ਸਟੀਵਨਸ ਕਾਲਜ ਦਿੱਲੀ ਵਿੱਚ ਹੀ ਹੈਗਾ ਤੇ ਉਹ ਮੇਰੀ ਸ਼ੁਰੂ ਤੋਂ ਇੱਕ ਜਦੋਜਹਿਦ ਸੀ ਕਿ ਜਿਸ ਤਰ੍ਹਾਂ ਵੀ ਹੈ ਮੈਂ ਐਡਮਿਸ਼ਨ ਇੱਥੇ ਲੈਣਾ ਹੈਗਾ ਐਂਡ ਮੈਂ ਹਾਈ ਸਕੂਲ ਵਿੱਚ ਆਪਣੇ 11th 12th ਗ੍ਰੇਡ ਵਿੱਚ ਬਹੁਤ ਕੋਸ਼ਿਸ਼ ਕੀਤੀ ਬਹੁਤ ਪੂਰੀ ਜ਼ੋਰ ਲਗਾਇਆ ਬਹੁਤ ਜਿੰਨੀ ਕੋਸ਼ਿਸ਼ ਹੋ ਸਕੀ ਪੜ੍ਹਾਈ ਕੀਤੀ ਐਂਡ ਆਈ ਵਾਸ ਅਮੰਗ ਦਾ ਮੈਰਿਟ ਲਿਸਟ ਹੋਲਡਰਸ 12th ਗ੍ਰੇਡ ਵਿੱਚ ਮੈਂ ਨੋ ਤੇ ਡਾਊਟ। ਉਸ ਦੇ ਬਾਅਦ ਵੀ ਕੋਈ ਗਾਰੰਟੀ ਨਹੀਂ ਸੀ ਕਿ ਸੈਂਟ ਸਟੀਵਨਸ ਐਡਮਿਸ਼ਨ ਮਿਲੇਗੀ ਕਿ ਨਹੀਂ ਮਿਲੇਗੀ ਤੇ ਕਿਉਂਕਿ ਉਹਨਾਂ ਦਾ ਆਪਣਾ ਅਲੱਗ ਲੈਵਲ ਹੈਗਾ ਉਹ ਨਾਟ ਓਨਲੀ ਕਿ ਤੁਹਾਡੇ ਕੱਟ ਆਫ ਦੇਖਦੇ ਨੇ ਕਿ ਤੁਹਾਡਾ 95% ਉੱਪਰ ਹੋਏ ਉਸ ਟਾਈਮ ਤੇ ਇੰਨਾ ਸੀ ਕੁਝ ਜਾਂ ਤੁਸੀਂ ਕੰਮ ਕੀ ਕੀਤੇ ਹੈਗੇ ਨੇ ਬਟ ਨਾਲ ਉਹ ਇੰਟਰਵਿਊ ਵੀ ਲੈਂਦੇ ਨੇ ਸੋ ਮੈਂ ਫਿਰ ਜਦੋਂ ਦਿੱਲੀ ਯੂਨੀਵਰਸਿਟੀ ਅਪਲਾਈ ਕੀਤਾ ਤੇ ਮੈਂ ਕਾਫੀ ਕਾਲਜਿਸ ਵਿੱਚ ਨਾਲ ਹੋਰ ਕਰ ਦਿੱਤਾ ਮੈਨੂੰ ਐਡਮਿਸ਼ਨ ਵੀ ਮਿਲ ਗਿਆ ਹਿੰਦੂ ਕਾਲਜ ਵਿੱਚ ਔਰ ਫਿਰ ਮੈਂ ਕਿਉਂਕਿ ਹਲੇ ਇੰਟਰਵਿਊ ਹੋਣਾ ਬਾਕੀ ਸੀ ਸੈਂਟ ਸਟੀਵਨਸ ਵਿੱਚ ਉਹ ਫਿਰ ਉੱਥੇ ਜਦੋਂ ਇੰਟਰਵਿਊ ਹੋਇਆ ਕਲੀਅਰ ਹੋ ਗਿਆ ਲੱਕੀਲੀ ਐਂਡ ਮੈਨੂੰ ਐਡਮਿਸ਼ਨ ਮਿਲ ਗਿਆ ਸੀ ਉੱਥੇ ਐਂਡ ਉਹ ਕਾਫੀ ਖੂਬਸੂਰਤ ਸਫ਼ਰ ਸੀ ਸੈਂਟ ਸਟੀਵਨਸ ਕਾਲਜ ਦਾ ਮੈਨੂੰ ਇੱਕ ਆਲ ਰਾਊਂਡਡ ਪਰਸਨੈਲਿਟੀ ਡਿਵੈਲਪ ਕਰਦੇ ਨੇ ਉਹ ਸਿਰਫ ਤੁਹਾਨੂੰ You ਪੜ੍ਹਾਈ see, ਨਹੀਂ ਕਰਾਉਂਦੇ those who don't know, let me tell them that being Stephanian in India is itself so prestigious. It is. ਤੇ ਔਰ ਉੱਥੇ ਸੇਂਟ ਸਟੀਫਨਸ ਤੋਂ ਪਾਸ ਆਊਟ ਹੋਣਾ ਗ੍ਰੈਜੂਏਸ਼ਨ ਤੋਂ ਅਸੀਂ ਗ੍ਰੈਜੂਏਸ਼ਨ ਬੋਲਦੇ ਹਾਂ ਇੰਡੀਆ ਦੇ ਵਿੱਚ ਕਾਲਜ ਨੂੰ ਤੇ ਉਧਰੋਂ ਦੀ ਆਪਣਾ ਕਾਲਜ ਕੰਪਲੀਟ ਕਰਨਾ this in itself is someone who is not everyone's cup of tea. You have to be highly accomplished to be able to do your college from St. Stephen's, and which you are. To see English honors, ਜੀ that means literature. ਲਿਟਰੇਚਰ ਤੁਹਾਡੀ ਮੇਰੀ ਇੱਕ ਗੱਲ ਮਿਲ ਰਹੀ ਕਿ ਮੈਂ ਵੀ ਲਿਟਰੇਚਰ ਕੀਤਾ ਇੰਗਲਿਸ਼ ਆਨਰਸ ਕੀਤਾ so nice. ਮੇਰਾ ਕਾਲਜ ਖਾਲਸਾ ਕਾਲਜ ਸੀ ਸੇਂਟ ਸਟੀਫਨ ਸੀ ਮੈਂ ਕਾਫੀ ਲੇਟ ਕੀਤਾ ਉਸ ਤੋਂ ਮੈਂ ਕੋਈ ਸਾਰਾ ਟਾਈਮ ਗੈਪ ਸੀ ਉਸ ਤੋਂ ਬਾਅਦ ਤੁਸੀਂ ਮਾਸਟਰਸ ਵੀ ਕੀਤੀ ਉਹ ਕਿਧਰੋਂ ਕੀਤੀ ਉਹ ਵੀ ਇੰਗਲਿਸ਼ ਮਾਸਟਰਸ ਤੇ ਲਿਟਰੇਚਰ ਮੇਰੀ ਕੀਤੀ? ਹਾਂਜੀ ਮਾਸਟਰਸ ਤੇ ਮੇਰੀ ਇੰਗਲਿਸ਼ ਲਿਟਰੇਚਰ ਵਿੱਚ ਸੀਗੀ ਅੱਛਾ ਐਂਡ ਦੈਟ ਟੂ ਥਰੂ ਸੈਂਟ ਸਟੀਵਨਸ ਕਾਲਜ ਐਂਡ ਦੈਨ ਕਲਾਸਿਸ ਸਾਡੀ ਦਿੱਲੀ ਯੂਨੀਵਰਸਿਟੀ ਚ ਹੁੰਦੀਆਂ ਸੀ ਐਂਡ ਸੈਂਟ ਸਟੀਵਨਸ ਜਿਸ ਆਪਣੀ ਟਿਊਟੋਰੀਅਲਸ ਵਾਸਤੇ ਬਾਕੀ ਹੋਰ ਅਸਿਸਟੈਂਟਸ ਵਾਸਤੇ ਸਾਰੇ ਪ੍ਰੋਫੈਸਰਸ ਰਹਿੰਦੇ ਸੀ ਸਾਡੇ ਨਾਲ So which means ਕਿ ਇੱਕ English honors which means ਕਿ ਵੀ ਇਹ literature ਵਿੱਚ ਜੀ literature ਦੀ or creativity because literature is all about creative writing and about Victorian writing and you get Renaissance. you develop a lot of flair not just for the language but for creative arts as well. yes ਤੇ ਤੁਸੀਂ ਇੰਗਲਿਸ਼ ਲਿਟਰੇਚਰ ਕੀਤਾ ਤੁਹਾਨੂੰ ਬ੍ਰੌਡਰ ਉਹਦੇ ਬ੍ਰੌਡਰ ਸਟ੍ਰੋਕਸ ਵਿੱਚ ਸਮਝ ਆਇਆ ਲਿਟਰੇਚਰ ਦੇ ਨੁਆਂਸਿਸ ਕੀ ਹੁੰਦੇ ਨੇ ਜੀ ਤੇ ਨਾਲ ਦੇ ਨਾਲ ਤੁਹਾਡੀ ਜਿਹੜੀ ਆਫ ਕੋਰਸ
ਜਿਹੜੀ ਪਕੜ ਹੈ ਉਹ ਹੋਈ ਅੰਗਰੇਜ਼ੀ ਲੈਂਗੁਏਜ ਤੇ ਅੰਗਰੇਜ਼ੀ ਦੇ ਉੱਤੇ ਹੋਈ। ਬਿਲਕੁਲ ਪੰਜਾਬੀ ਤੁਹਾਨੂੰ ਆਉਂਦੀ ਹੈ, ਹਿੰਦੀ ਤੁਹਾਨੂੰ, ਬਿਲਕੁਲ ਬਿਕੋਜ਼ ਬਿਲਕੁਲ ਦਿੱਲੀ ਵਿੱਚ ਹਿੰਦੀ ਕਾਫੀ ਚੱਲਦੀ ਹੈਗੀ ਆਫ ਕੋਰਸ, ਜੀ ਨੈਸ਼ਨਲ ਕੈਪੀਟਲ ਹੈਗੀ ਹੈ। ਉਸ ਤੋਂ ਬਾਅਦ ਤੁਸੀਂ, ਜੋ ਮੈਂ ਤੁਹਾਡਾ ਲਿੰਕਡਇਨ ਤੇ ਦੇਖ ਰਿਹਾ ਸੀ, ਜੋ ਤੁਹਾਡੀ ਵਰਕ ਲਾਈਫ ਤੇ ਆਈ ਹੈ, ਫਿਰ ਤੁਸੀਂ ਪਾਰਲੀਮੈਂਟ ਆਫ ਇੰਡੀਆ 'ਚ ਪਹੁੰਚਦੇ ਹੋ, ਜੀ। ਉੱਥੇ ਕਿਵੇਂ ਹੋਇਆ? ਤੋ ਇਸ ਤਰ੍ਹਾਂ ਹੋਇਆ ਕਿ ਮੇਰਾ ਕੋਈ ਪਲਾਨ ਨਹੀਂ ਸੀਗਾ ਪਾਰਲੀਮੈਂਟ ਆਫ ਇੰਡੀਆ ਜੁਆਇਨ ਕਰਨ ਦਾ। ਮੇਰਾ ਮਨ ਸੀ ਕਿ ਐਮਏ ਇੰਗਲਿਸ਼ ਕਰਨ ਦੇ ਬਾਅਦ ਯੂਪੀਐਸਸੀ ਐਗਜ਼ਾਮ ਦੇਣਾ ਹੈਗਾ, ਆਈਐਸ ਬਣਨਾ ਹੈ, ਹੋਰ ਅਗਰ ਉਹ ਨਹੀਂ ਹੁੰਦਾ ਤੇ ਸਟੀਫੈਂਸ ਵਿੱਚ ਹੀ ਵਾਪਸ ਐਜ਼ ਅ ਲੈਕਚਰਰ ਜਾਣਾ ਹੈਗਾ, ਬਿਕਾਜ਼ ਆਈ ਲਵ ਦ ਕਾਲਜ, ਬਹੁਤ 5 ਸਾਲ 4 ਸਾਲ ਹੋ ਗਏ ਸੀ ਉਦੋਂ ਤੱਕ। ਹਮ, ਤੇ ਮੈਂ ਕਹਿੰਦੀ ਵਾਪਸ ਇੱਥੇ ਆ ਕੇ ਪੜ੍ਹਾਉਣਾ ਹੈਗਾ, ਅਗਰ ਨਹੀਂ ਯੂਪੀਐਸਸੀ ਹੁੰਦਾ, ਆਫ ਕੋਰਸ ਯੂਪੀਐਸਸੀ ਆਈਐਸ ਇਜ਼ ਮਾਈ ਫਰਸਟ ਪ੍ਰੈਫਰੈਂਸ। ਤੇ ਹਾਲੇ ਮੈਂ ਮਾਸਟਰਸ ਕਰ ਰਹੀ ਸੀ, ਹਾਲੇ ਮੇਰਾ ਸੈਕੰਡ ਈਅਰ ਸਟਾਰਟ ਹੋਣ ਵਾਲਾ ਸੀ, ਤੇ ਘਰ ਵਿੱਚ ਮੇਰੀ ਸਿਸਟਰ ਉਹਨਾਂ ਦੇ ਨਾਲ ਜੌਬਸ ਲੱਭ ਰਹੀ ਸੀ, ਤੇ ਉਹਨਾਂ ਨੇ ਕੋਈ EMPLOYMENT ਨਿਊਜ਼ ਕਰਕੇ ਨਿਊਜ਼ਪੇਪਰ ਹੁੰਦਾ ਸੀ ਉਹਨਾਂ ਦੇ ਨਾਲ ਵਿੱਚ, ਹਾਂ ਹੁੰਦਾ ਸੀ, ਠੀਕ ਹੈ ਠੀਕ ਹੈ ਤੇ ਠੀਕ ਹੈ ਠੀਕ ਹੈ। EMPLOYMENT ਨਿਊਜ਼ ਸਾਡੇ ਘਰ ਵਿੱਚ ਨਾ ਇਸ ਤਰ੍ਹਾਂ ਹੀ ਲਾਈਕ ਉਹ ਬੈੱਡ ਤੇ ਪਿਆ ਹੋਇਆ ਸੀ, ਅੱਛਾ। ਤੇ ਮੇਰੀ ਇੱਕਦਮ ਨਜ਼ਰ ਪੈ ਗਈ ਉਸੇ ਪੇਜ ਤੇ ਆ ਰਿਹਾ ਸੀ ਟ੍ਰਾਂਸਲੇਟਰਸ ਨੀਡਡ ਇਨ ਪਾਰਲੀਮੈਂਟ, ਲੋਕ ਸਭਾ। ਤੇ ਮੈਂ ਇੰਜ ਖੋਲ ਕੇ ਦੇਖਿਆ ਤੇ ਉਸੇ ਲਿਖਿਆ ਕਾਲਜ ਡਿਗਰੀ BA ਆਨਰਸ ਇਨ ਇੰਗਲਿਸ਼ ਔਰ ਹਿੰਦੀ, ਤੇ ਮੈਂ ਕਿਹਾ ਉਹ ਤਾਂ ਮੇਰੇ ਕੋਲ ਵੀ ਹੈਗੀ ਹੈ। ਐਂਡ ਦੈਨ ਇਟ ਸੈਡ ਕਿ ਐਂਡ ਦੇयर इज अ ਟੈਸਟ ਐਂਡ ਆਲ ਦੈਟ, ਤੇ ਮੈਂ ਕਿਹਾ ਚਲੋ ਜਸਟ ਫॉर द ਸੇਕ ਆਫ ਇਟ ਕਰਕੇ ਦੇਖਦੇ ਆ ਕੀ ਹੈਗਾ। ਮੈਨੂੰ ਪਾਰਲੀਮੈਂਟ ਨਾਮ ਅੱਛਾ ਲੱਗਦਾ ਹੈਗਾ, ਲਾਈਕ ਇਟਸ ਯੂ ਹਾਂ ਵਰਕਿੰਗ ਵਿਦ ਦ ਪੋਲੀਟੀਸ਼ੀਅਨਸ ਐਂਡ ਯੈਸ। ਵਟਨਾਟ। ਸੋ ਮੈਂ ਕਿਹਾ ਚਲੋ ਠੀਕ ਹੈ, ਲੈਟਸ ਟਰਾਈ ਇਟ। ਤੇ ਮੈਂ ਇਸੇ ਤਰ੍ਹਾਂ ਹੀ ਬਸ ਅਪਲਾਈ ਕਰ ਦਿੱਤਾ, ਔਰ ਉਹਨਾਂ ਨੇ ਬੁਲਾ ਲਿਆ ਟੈਸਟ ਲਈ, ਟੈਸਟ ਪਾਸ ਹੋ ਗਿਆ। ਮੈਂ ਕਿਹਾ ਕਰਨਾ ਤੇ ਹੈ ਨਹੀਂ, ਛੋੜੋ। ਫਿਰ ਉਹਨੇ ਕਿਹਾ ਨਹੀਂ ਮੈਡੀਕਲ ਟੈਸਟ ਲਈ ਵੀ ਆਓ। ਉਸ ਟਾਈਮ ਤੇ ਫਿਰ ਮੈਂ ਆਪਣੇ ਫਾਦਰ ਨੂੰ ਪੁੱਛਿਆ ਕਿ ਬਈ ਮੈਂ ਕਰਨਾ ਤੇ ਸੀ ਨਹੀਂ, ਮੈਂ ਤੇ ਐਵੇਂ ਮੈਂ ਤੇ ਛੋੜ ਦੇਣੀ ਹੈ। ਉਹਨਾਂ ਨੇ ਕਿਹਾ ਨਹੀਂ ਤੂੰ ਕਰਕੇ ਦੇਖ ਕਿਸ ਤਰ੍ਹਾਂ ਹੁੰਦਾ ਹੈ, ਐਂਡ ਟਰਾਈ ਕਰ ਲੈਣੇ, ਤਾਂ ਤੱਕ ਹੋ ਸਕਦਾ ਸਾਲ ਨਿਕਲ ਜਾਏ, ਐਂਡ ਤੂੰ ਹਾਲੇ ਯੂਪੀਐਸਸੀ ਦੀ ਤਿਆਰੀ ਕਰਨੀ ਹੈ, ਨਾਲ ਅਸੀਂ ਦੇਖ ਲੈਣਾ। ਸੋ ਉਹ ਸਿਰਫ ਨਾ ਕੋਇਨਸੀਡੈਂਟਲ ਸੀ ਕਿ ਆਈ ਡਿਡਨਟ ਵਾਂਟ ਟੂ ਗੋ ਇਨਟੂ ਇਟ, ਬਟ ਜਸਟ ਫॉर द ਹੈਕ ਆਫ ਇਟ ਕਿ ਚਲੋ ਦੇਖਨੇ ਆ ਕੀ ਹੁੰਦਾ ਹੈਗਾ। ਐਂਡ ਉਹ ਮੈਡੀਕਲ ਹੋ ਗਿਆ, ਫਿਰ ਉਹਨਾਂ ਨੇ ਥੋੜੇ ਦਿਨ ਬਾਅਦ ਕਾਲ ਵੀ ਕਰ ਲਿਆ ਕਿ ਆ ਕੇ ਜੁਆਇਨ ਕਰੋ। ਸੋ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਦੇਖੋ ਮੈਂ ਜੁਆਇਨ ਵੈਸੇ ਨਹੀਂ ਕਰਨਾ, ਮੈਂ ਜਸਟ ਇੱਕ ਐਕਸਪੀਰੀਅੰਸ ਐਕਸਪੋਜ਼ਰ ਲੈਣਾ ਚਾਹੁੰਦੀ ਹਾਂ, ਐਂਡ ਇੱਕ ਆਧ ਮਹੀਨੇ ਲਈ ਮੇਰੇ, ਕਿਉਂਕਿ ਹਾਲੀ ਕਾਲਜ ਦੇ ਐਗਜ਼ਾਮਸ ਪੂਰੇ ਹੋਏ ਨਹੀਂ ਹੈ, ਤੇ ਮੈਂ ਕਰਕੇ ਫਿਰ ਦੇਖਾਂਗੇ। ਉਹਨੇ ਕਿਹਾ ਠੀਕ ਹੈ ਆਪ ਜੁਆਇਨ ਕਰ ਲਓ, ਫਿਰ ਦੇਖते हैं। ਤੇ ਮੈਂ ਜੁਆਇਨ ਕਰਕੇ ਫਿਰ ਮੈਂ ਕਿਹਾ ਮੈਂ ਛੁੱਟੀ ਲੈ ਲਾਂਗੇ, ਵਿਦਆਊਟ ਪੇ ਜੋ ਵੀ ਹੈ। तो ਉਹਨਾਂ ਚ ਕਿਸੇ ਨੇ ਕਿਹਾ ਨਹੀਂ ਨਹੀਂ, ऐसे है कि you can even do some translation at home and bring it here, that is also fine। तो ਮੈਨੂੰ ਲੱਗੇ ਤੇ ਬਹੁਤ ਆਸਾਨ ਜਿਹਾ ਕੰਮ ਹੈਗਾ, ਮਤਲਬ ਫਰਮ ਹਿੰਦੀ ਟੂ ਇੰਗਲਿਸ਼ ਥੋੜਾ ਜਿਹਾ ਕੰਮ ਕਰਨਾ ਹੈ, ਕਰਕੇ ਦੇ ਆਏ। ਸੋ ਇਸ ਤਰ੍ਹਾਂ ਨਾਲ ਸਟਾਰਟ ਹੋ ਗਿਆ। ਫਿਰ ਮੇਰੇ ਐਗਜ਼ਾਮ ਸਾਰੇ ਸੇ ਮੈਂ ਛੁੱਟੀ ਲੈ ਲਈ, ਤੇ ਐਗਜ਼ਾਮਸ ਹੋ ਗਏ, ਸਭ ਹੋ ਗਿਆ। ਮੈਂ ਕਿਹਾ ਹੁਣ ਮੈਨੂੰ ਸੀਰੀਅਸਲੀ ਯੂਪੀਐਸਸੀ ਦੀ ਟਰਾਈ ਕਰਨਾ ਹੈਗਾ, ਤਿਆਰੀ ਕਰਨੀ ਹੈ, ਤੇ ਮੈਂ ਗਈ ਰਿਜ਼ਾਈਨ ਦੇਣ ਲਈ। ਮੈਂ ਬੈਠੀ ਹੋਈ ਸੀ ਹਾਲੇ ਉੱਥੇ ਹੀ ਆਪਣੇ ਰੂਮ ਵਿੱਚ, ਤੇ ਮੈਂ ਦੇਖਿਆ ਮੇਰੇ ਸਾਹਮਣੇ ਇੱਕ ਬੰਦੇ ਬੈਠੇ ਹੋਏ, ਉਹ ਨਾਲ ਹੈੱਡਫੋਨ ਲਗਾ ਕੇ ਔਰ ਨਾਲ ਕੁਝ ਸੁਣ ਰਹੇ ਨੇ ਔਰ ਨਾਲ ਬੋਲੇ ਜਾ ਰਹੇ ਨੇ। ਤੇ ਮੈਨੂੰ ਬੜੀ ਕਿਉਰਿਓਸਿਟੀ ਹੋਈ ਕਿ ਕੀ ਕਰ ਰਹੇ ਨੇ। ਸੋ ਮੈਂ ਉਹਨਾਂ ਨੂੰ ਪੁੱਛਿਆ ਕਿ ਆ ਕੇ ਕਿ ਤੁਸੀਂ ਕੀ ਕਰ ਕੀ ਰਹੇ ਹੋ, ਨਾਲ ਬੋਲ ਰਹੇ ਹੋ, ਨਾਲ ਸੁਣ ਰਹੇ ਹੋ। ਐਂਡ ਹੀ ਸੈਡ ਮੈਂ ਇੰਟਰਪ੍ਰੀਟੇਸ਼ਨ ਕਰ ਰਹਾ ਹੂੰ। I said what is interpretation, and is it like we are doing translation, so is it similar? He said what you do is writing, ਔਰ ਜੋ ਅਸੀਂ ਕਰਦੇ ਹਾਂ ਅਸੀਂ ਬੋਲਦੇ ਆ ਕੇ। ਤਾਂ ਆਈ ਸੈਡ ਅਗਰ ਆਪ ਬੋਲਦੇ ਹੋ, ਅਗਰ ਤੁਸੀਂ ਬੋਲਦੇ ਹੋਗੇ ਹੋ ਤੇ ਤੁਸੀਂ ਨਾਲ ਸੁਣ ਕਿਵੇਂ ਸਕਦੇ ਹੋ? ਬਿਕਾਜ਼ ਮੈਨੂੰ ਲੱਗਦਾ ਸੀ ਕਿ ਜਦੋਂ ਬੰਦਾ ਕੁਝ ਸੁਣ ਰਿਹਾ ਹੈਗਾ ਗੱਲ, ਜਾਂ ਤੇ ਉਹ ਸੁਣ ਸਕਦਾ ਜਾਂ ਬੋਲ ਸਕਦਾ, ਇੱਕੋ ਫੈਕਲਟੀ ਇੱਕ ਟਾਈਮ ਤੇ ਕੰਮ ਕਰਦੀ ਹੈ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਪਿੱਛੇ ਕੋਈ ਕੀ ਗੱਲ ਕਰ ਰਿਹਾ ਮੈਨੂੰ ਸੁਣਾਈ ਨਹੀਂ ਦੇ ਰਿਹਾ, ਰਾਈਟ? ਮਗਰ ਦਿਸ ਇਜ਼ ਦ ਚਾਰਮ ਆਫ ਦਿਸ ਜੌਬ ਦਾ, ਇਹ ਖਾਸੀਅਤ ਹੈਗੀ ਹੈ ਕਿ ਨਾਲ ਨਾਲ ਤੁਸੀਂ ਬੋਲਦੇ ਹੋਇਆਂ ਵੀ ਨਾਲ ਪਿਛਲੀ ਅਗਲੀ ਗੱਲ ਤੁਸੀਂ ਸੁਣ ਵੀ ਰਹੇ ਹੋ, ਔਰ ਉਹਨੂੰ ਐਨਾਲਾਈਜ਼ ਵੀ ਕਰ ਰਹੇ ਹੋ, ਔਰ ਉਸ ਤੋਂ ਅੱਗੇ ਦੂਸਰੀ ਲੈਂਗੁਏਜਸ ਕਨਵਰਟ ਕਰਕੇ ਤੁਸੀਂ ਉਸਨੂੰ ਨਾਲ ਇੰਟਰਪ੍ਰੀਟ ਵੀ ਕਰ ਰਹੇ ਹੋ। ਤੇ ਮੈਨੂੰ ਲੱਗਾ ਇਹ ਤੇ ਪੋਸੀਬਲ ਹੀ ਨਹੀਂ ਹੈਗਾ। ਤੇ ਉਹਨਾਂ ਨੇ ਕਿਹਾ ਠੀਕ ਹੈ, ਇਫ ਯੂ ਵਾਂਟ, ਇਫ ਯੂ ਆਰ ਇੰਟਰਸਟਿਡ, ਮੈਂ ਤੁਹਾਨੂੰ ਲੋਕ ਸਭਾ ਦੀ ਗੈਲਰੀ ਵਿੱਚ ਲੈ ਕੇ ਜਾਣਾ ਵਾ, ਜਿੱਥੇ ਕਿ ਤੁਸੀਂ ਜਾ ਕੇ ਸੁਣ ਸਕਦੇ ਹੋ ਰੀਅਲ ਟਾਈਮ ਲੋਕੀ ਇੰਟਰਪ੍ਰੀਟੇਸ਼ਨ ਕਿਵੇਂ ਕਰਦੇ ਨੇ, ਵਿਦਆਊਟ ਐਨੀ ਡਿਲੇ, ਵਿਦਆਊਟ ਐਨੀ ਪੌਜ਼ਸ। ਮੈਂ ਕਿਹਾ ਚਲੋ ਠੀਕ ਹੈ। ਸੋ ਉਹਨਾਂ ਦੇ ਨਾਲ ਇੰਨੀ ਸਿਕਿਉਰਿਟੀ ਦਾ ਚੱਕਰ ਨਹੀਂ ਸੀ, ਸੋ ਉਹਨਾਂ ਨੇ ਮੈਨੂੰ ਪਾਸ ਦਿਲਵਾਇਆ, ਔਰ ਮੈਂ ਪਾਰਲੀਮੈਂਟ ਦੀ ਲੋਕ ਸਭਾ ਦੀ ਜੋ ਗੈਲਰੀ ਸੀ, ਵਿਜ਼ਿਟਰ ਗੈਲਰੀ, ਉੱਤੇ ਬੈਠ ਕੇ ਮੈਂ ਹੈਡਫੋਨ ਲਗਾ ਕੇ ਐਕਚੁਅਲੀ ਸੁਣਿਆ ਕਿ ਲੋਕੀ ਇੰਟਰਪ੍ਰੀਟੇਸ਼ਨ ਕਿਵੇਂ ਕਰਦੇ ਨੇ। ਐਂਡ ਦੈਟ ਵਾਜ਼ ਲਾਈਕ ਮੈਜਿਕ। ਮੈਨੂੰ ਲੱਗਾ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਇਨਸਾਨ ਸੁਣ ਵੀ ਰਿਹਾ ਹੈ, ਅਗਲੇ ਬੋਲਦੇ ਹੋਇਆ ਅਗਲਾ ਸੈਂਟੈਂਸ ਸੁਣ ਵੀ ਰਿਹਾ ਹੈ, ਹੋਰ ਨਾਲ ਉਹਨੂੰ ਐਨਾਲਾਈਜ਼ ਕਰਕੇ ਰਾਈਟ ਅਵੇ ਦੂਜਾ ਸੈਂਟੈਂਸ ਵੀ ਮੂੰਹ ਚੋਂ ਤੇ ਨਿਕਲ ਰਿਹਾ ਇੰਟਰਪ੍ਰੀਟੇਸ਼ਨ ਵਿੱਚ, ਦੂਸਰੀ ਲੈਂਗੁਏਜ ਦੇ ਵਿੱਚ। ਤੇ ਮੈਨੂੰ ਥੋੜਾ ਮੈਜੀਕਲ ਜਿਹਾ ਮੂਮੈਂਟ ਲੱਗਾ ਉਹ। ਐਂਡ ਆਈ ਥਾਟ ਆਈ ਵਾਂਟ ਟੂ ਟਰਾਈ ਦਿਸ, ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਸੋ ਮੈਂ ਕਿਹਾ ਕਿ ਕੈਨ ਆਈ ਟਰਾਈ ਦਿਸ, ਹੀ ਸੈਡ ਕਿ ਹਾਂ ਅਗਰ ਆਪ ਕਰਨਾ ਚਾਹੋ ਆਈ ਕੈਨ ਗਿਵ ਯੂ ਲਾਈਕ 2-3 ਮਿੰਟਸ। ਤੇ ਉਹ ਉਸ ਟਾਈਮ ਰਾਜ ਸਭਾ ਵਿੱਚ ਕੰਮ ਕਰਦੇ ਸੀ, ਤੇ ਉਹ ਮੈਨੂੰ ਆਪਣੇ ਕੋਲੀਗਸ ਕੋ ਲੈ ਗਏ। ਉਹਨਾਂ ਨੇ ਕਿਹਾ ਠੀਕ ਹੈ। ਉਹਨਾਂ ਨੇ ਦੇਖਿਆ ਬੱਚਾ ਜਿਹਾ ਹੈਗਾ, ਆਈ ਵਾਸ ਲਾਈਕ 21 ਐਟ ਦੈਟ ਟਾਈਮ, ਤੇ ਉਹਨਾਂ ਲੱਗਾ ਕੁਝ ਜ਼ਿਆਦਾ ਓਵਰ ਰੀਚਿੰਗ ਹੈਗੀ ਹੈ। ਸੋ ਆਈ ਥਿੰਕ 4-5 ਲੋਕ ਬੈਠੇ ਔਰ ਦੇ ਵਰ ਸਮਾਈਲਿੰਗ ਕਿ ਚਲੋ ਉਹਨੂੰ ਬੜਾ ਸ਼ੌਂਕ ਚੜਿਆ, ਚਲੋ ਦਿਖਾ ਦਿੰਦੇ ਆ ਕਿ ਕੀ ਹੁੰਦਾ। ਤੇ ਉਹਨੇ ਮੈਨੂੰ ਹੈਡਸੈਟ ਦਿੱਤੇ। ਇਹ ਸੈਡ ਵਨ ਆਫ ਅਸ ਵਿਲ ਟਾਕ, ਸਾਡੇ ਚੋਂ ਇੱਕ ਬੰਦਾ ਬੋਲੇਗਾ ਤੇ ਤੁਸੀਂ ਉਹਨੂੰ ਹੈਡਸੈਟ ਹੀ ਸੁਣੋਗੇ, ਔਰ ਤੁਸੀਂ ਉਹਨੂੰ ਇੰਟਰਪ੍ਰੀਟ ਕਰਕੇ ਦਿਖਾਓ।
ਸੋ ਉਹਨਾਂ ਨੇ ਹਿੰਦੀ 'ਚ ਬੋਲਣਾ ਸ਼ੁਰੂ ਕੀਤਾ, ਕੋਈ ਪੁਰਾਣੀ ਸਪੀਚ ਕਿਸੇ ਪ੍ਰਾਈਮ ਮਿਨਿਸਟਰ ਦੀ ਜਾਂ ਮਿਨਿਸਟਰ ਦੀ ਕਿਸੇ ਦੀ, ਔਰ ਮੈਨੂੰ ਹੈਡਸੈਟ ਦਿੱਤੇ ਕਿ ਤੁਸੀਂ ਬੋਲੋ। ਮੈਂ ਬੋਲਣਾ ਸ਼ੁਰੂ ਕਰ ਦਿੱਤਾ ਸੁਣਦੇ ਸੁਣਦੇ। 2-3 ਮਿੰਟ ਬਾਅਦ ਉਹਨਾਂ ਨੇ ਬੋਲਣਾ ਬੰਦ ਕੀਤਾ ਐਂਡ एवरीबॉडी स्टार्टेड टू क्लैप एंड आई सेड व्हाट हैपेंड। ते कहते हैं आपकी इंटरप्रिटेशन का जो कवरेज था वाज ऑलमोस्ट 90%, Wow. which is unbelievable at this level because ਤੁਸੀਂ ਤੇ ਹਾਲੇ ਹੁਣੇ ਆ ਰਹੇ ਹੋ, you know, you've not even started. Hmm. But हाँ, तेरे words ਵਿੱਚ ਹਾਲੇ ਕਾਫੀ ਕਮੀ ਹੈ, you know, you need to work on your vocabulary, you need to work on metaphoric expressions, this, that and the other। और ਹਿੰਦੀ ਵਿੱਚ ਮੇਰੀ ਹਾਲੇ ਨੀਚੇ ਪਕੜ ਵੀ ਨਹੀਂ ਸੀ। Hmm. ਤੇ ਮੈਂ ਕਿਹਾ is it possible because ਮੈਨੂੰ ਤੇ ਬੜਾ ਅੱਛਾ ਕਰੀਅਰ ਲੱਗਿਆ ਹੈ। he said yes। ਅੱਛਾ, ਫਿਰ ਉਹਦੀ ਦੂਸਰੀ ਗੱਲ ਸੀ ਕਿ ਲਾਈਕ 21-22 ਸਾਲ ਦਾ ਬੱਚਾ ਜਦੋਂ ਹੁੰਦਾ ਹੈ, ਕਾਲਜ ਜਾਂ ਹਾਲੇ ਪੜ੍ਹ ਰਿਹਾ ਹੁੰਦਾ ਹੈ, Hmm. ਤੇ ਮਨੀ ਇਜ਼ ਅ ਬਿਗ ਥਿੰਗ, ਯੂ نو, ਫॉर ਯੂ। ਉਸ ਟਾਈਮ ਤੇ ਤਾਂ ਮੈਨੂੰ ਲੱਗਾ ਕਿ ਜੋ ਜੰਪ ਹੋਏਗਾ ਫਰਮ ਵਾਟ ਆਈ ਮੇਕਿੰਗ ਰਾਈਟ ਨਾਓ ਐਂਡ ਜੋ ਇੰਟਰਪ੍ਰੀਟੇਸ਼ਨ ਦੇ ਵਿੱਚ ਹੋਏਗਾ ਵਾਸ ਆਲਮੋਸਟ 4 ਟਾਈਮਸ। ਸੋ ਦੈਟ ਵਾਸ ਅ ਬਿਗ ਡੀਲ। ਐਂਡ ਫਿਰ ਉਹਨੇ ਦੱਸਿਆ ਕਿ ਜੋ ਦਾ ਲੈਵਲ ਹੈਗਾ ਦੈਟ ਇਜ਼ ਲਾਈਕ ਅੰਡਰ ਸੈਕਟਰੀ ਇਨ ਦ ਗਵਰਨਮੈਂਟ ਆਫ ਇੰਡੀਆ। Hmm. तो मैं सोचा ठीक है, you know, that's good actually because even if I go into IAS, मेरा पहला level होएगा like an officer, I think section officer or something, the next level is under secretary। So फिर मैं आके अपने डैड ਨਾਲ ਗੱਲ ਕੀਤੀ, ਉਹ ਕਹਿੰਦੇ ਹਾਂ ਅਗਰ ਇਹ ਤੇ ਅੱਛਾ ਹੈਗਾ, ਅੰਡਰ ਸੈਕਟਰੀ ਲੈਵਲ ਵੀ ਹੈਗਾ, but yeah, you know, you don't get the powers and privileges of what an IAS officer is। but the good thing is, positive side is ਕਿ ਵੀ ਤੁਹਾਨੂੰ ਟ੍ਰਾਂਸਫਰੇਬਲ ਜੌਬ ਨਹੀਂ ਹੋਏਗਾ, ਤੁਹਾਨੂੰ ਕਿਤੇ ਆਣਾ ਜਾਣਾ ਹੈ ਨਹੀਂ ਕਿ ਇੰਡੀਆ 'ਚ ਸਾਰੀ ਜਗ੍ਹਾ ਤੁਸੀਂ ਘੁੰਮ ਰਹੇ ਹੈਗੇ ਹੋ, ਫੈਮਿਲੀ ਲਾਈਫ ਨਹੀਂ ਰਹਿ ਜਾਂਦੀ ਹੈ, ਸਪੈਸ਼ਲੀ ਲੇਡੀਜ਼, ਯੂ ਨੋ, ਦੇ ਵਾਂਟ ਟੂ ਹੈਵ ਅ ਸਟੇਬਲ ਲਾਈਫ ਇਨ ਵਨ ਪਲੇਸ। ਤੇ ਇੱਕੋ ਜਗ੍ਹਾ ਤੇ ਤੁਸੀਂ ਰਹਿਣਾ ਹੈਗਾ ਤੇ ਬੈਟਰ ਹੈਗਾ, ਫਿਰ ਤੁਸੀਂ ਸੋਚ ਲਓ ਇਸ ਕਰੀਅਰ ਬਾਰੇ। ਸੋ ਫਿਰ ਮੈਂ ਸੋਚਿਆ ਕਾਫੀ, ਔਰ ਮੈਨੂੰ ਲੱਗਾ ਕਿ ਦਿਸ ਇਜ਼ ਗੁੱਡ, ਯੂ ਨੋ, ਬਿਕਾਜ਼ ਮੇਰੀ ਲੈਂਗੁਏਜ ਸਕਿੱਲਸ ਇਹਦੇ 'ਚ ਲੱਗ ਰਹੀਆਂ ਹੈਗੀਆਂ ਨੇ, ਮੇਰੇ ਆਲਰੇਡੀ ਸਪਾਰਕ ਹੈਗਾ ਇਹਦੇ ਵਿੱਚ, ਯੂ ਨੋ, ਬਿਕਾਜ਼ ਦੈਟਸ ਵਾਟ ਦੇ ਸੈਡ, ਯੂ ਹੈਵ ਦ ਸਪਾਰਕ to become an interpreter। because agar already without any practice agar main 90% coverage de pa rahi hu, which is unheard of in their words, te fir kyun nahi karya jaye। so aur mainu karna hai ki apni, you know, vocabulary thodi hor better karni hai, thoda usnu, you know, safai leke aani ode vich, language de vich, te I think I can do it। so ਉਹਦੇ ਲਈ ਫਿਰ ਮੈਂ ਕਾਫੀ ਕੋਸ਼ਿਸ਼ ਕੀਤੀ, ਇੱਕ ਆਲਮੋਸਟ 1 ਸਾਲ 1.5 ਸਾਲ ਮੈਂ ਕੋਸ਼ਿਸ਼ ਕੀਤੀ। ਉਹਦਾ ਐਗਜ਼ਾਮ ਹੋਇਆ, ਕਲੀਅਰ ਹੋ ਗਿਆ ਉਹ ਵਾਲਾ ਐਗਜ਼ਾਮ, ਫਿਰ there was no looking back। ਉਸ ਬਾਅਦ ਤੇ ਫਿਰ ਬਸ ਉਹ ਇੰਟਰਪ੍ਰੀਟੇਸ਼ਨ ਜੋ ਸ਼ੁਰੂ ਹੋਈ ਤੇ ਅੱਜ ਤੱਕ ਚੱਲ ਰਹੀ ਹੈ। So that headphone that you picked up and used Right. brought about a seismic shift in your life. That did. Definitely changed my Right. whole career path. Whole career path. Yeah. Your whole career. Now, the thing here is that we ordinary people, you know, often confuse that translation and interpretation Yeah. are the same thing. They are not. They are not. Absolutely not. बहुत ज़्यादा different ने, दो अलग skills ने, दो अलग अलग दक्षतावां ने, बिल्कुल। Definitely. तुसी एक line पढ़ रहे हो and then there is something, you know, if you're reading 2 or 3 lines, there's something between the lines, something behind the lines, and you capture that essence. Yes. And if you translate those lines, if you that's just translation. ਉਹਨਾਂ ਨੂੰ ਤੁਸੀਂ ਲਫ਼ਜ਼ੀ ਉਹਨਾਂ ਦੇ ਅਰਥ ਦੇ ਦਿੱਤੇ। ਅੱਛਾ, ਦੂਜੀ ਗੱਲ ਹੈਗੀ ਕਿ ਤੁਸੀਂ ਜਦੋਂ ਟ੍ਰਾਂਸਲੇਸ਼ਨ ਕਰਦੇ ਹੋ ਤੇ ਤੁਹਾਡੇ ਕੋਲ ਬਹੁਤ ਹੈਲਪ ਹੁੰਦੀ ਹੈ। ਤੁਸੀਂ ਇੱਕ ਪੇਪਰ ਨੂੰ ਦੇਖ ਕੇ ਕਰ ਰਹੇ ਹੈਗੇ ਹੋ, ਪੇਪਰ ਤੇ ਲਿਖ ਰਹੇ ਜਾਂ ਟਾਈਪ ਕਰ ਰਹੇ ਹੋ, ਉਸ ਟਾਈਮ ਤੇ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਚਾਹੋ ਅਗਰ ਤੁਹਾਨੂੰ ਕੋਈ ਵਰਡ ਨਹੀਂ ਸਮਝ ਆਇਆ ਤੁਸੀਂ ਸੋਚ ਸਕਦੇ ਹੋ ਬੈਠ ਕੇ, ਤੁਹਾਨੂੰ ਹੈਲਪ ਚਾਹੀਦੀ ਤੁਸੀਂ ਡਿਕਸ਼ਨਰੀ ਕੰਸਲਟ ਕਰ ਸਕਦੇ ਹੋ, ਕਿਸੇ ਨੂੰ ਪੁੱਛ ਸਕਦੇ ਹੋ ਕੋਲੀਗ ਦੇ ਕੋਲੋਂ, ਜਾਂ ਉਹਨੂੰ ਦੁਬਾਰਾ ਅਗਰ ਬਾਅਦ ਚ ਲੱਗਾ ਕਿ ਨਹੀਂ ਠੀਕ ਕਰਨਾ ਤੇ ਉਹਨੂੰ ਚੇਂਜ ਵੀ ਕਰ ਸਕਦੇ ਹੋ, ਰਾਈਟ, ਪੇਪਰ ਤੇ ਹੀ ਹੈਗਾ। whereas interpretation ਦੇ ਵਿੱਚ spoken word is like the arrow already shot, you know, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਉਹ ਤੀਰ ਜਦ ਇੱਕ ਵਾਰੀ ਨਿਕਲ ਗਿਆ ਕਮਾਨ ਤੋਂ ਵਾਪਸ ਨਹੀਂ ਆਏਗਾ। ਵਾਹ। ਠੀਕ ਹੈ। ਹੋਰ ਦੂਜੀ ਗੱਲ ਹੈ ਕਿ ਤੁਸੀਂ, ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਉਹਨੂੰ ਸੋਚਣ ਬੈਠੋ, ਉਹਦਾ ਮੀਨਿੰਗ ਕੀ ਹੋ ਸਕਦਾ ਹੈ, ਤੁਹਾਡਾ ਇੰਨਾ ਟਾਈਮ ਨਹੀਂ ਹੈਗਾ ਕਿ ਤੁਸੀਂ ਡਿਕਸ਼ਨਰੀ ਕੰਸਲਟ ਕਰ ਸਕੋ, ਕਿਸੇ ਫਰੈਂਡ ਨੂੰ ਪੁੱਛ ਸਕੋ, ਉਹ ਸਭ ਨਹੀਂ ਹੈਗਾ। ਇਟਸ ਅ ਡੂ ਔਰ ਡਾਈ ਕਾਈਂਡ ਆਫ ਇਵੈਂਟ। So reflexes have to be super fast. Super fast। ਔਰ there is no, but ਉਹਦੇ 'ਚ ਕੋਈ ਸਕੋਪ ਨਹੀਂ ਹੈਗਾ ਕਿ ਤੁਸੀਂ ਵੇਟ ਕਰ ਸਕੋ, ਪੁੱਛ ਸਕੋ। ਜਿੱਥੇ ਤੁਸੀਂ ਵੇਟ ਕਰਨ ਲੱਗੇ ਉੱਥੇ ਤੁਸੀਂ ਨੈਕਸਟ ਸੈਂਟੈਂਸ ਗਵਾ ਦਿਓਗੇ, ਤੁਹਾਨੂੰ ਅਗਲਾ ਸੈਂਟੈਂਸ ਤੁਹਾਡੀ ਪਕੜ 'ਚੋਂ ਬਾਹਰ ਨਿਕਲ ਜਾਏਗਾ, ਕਿਉਂਕਿ ਸਪੀਕਰ ਤੇ ਬੋਲ ਰਿਹਾ, ਉਹਨੂੰ ਨਹੀਂ ਪਤਾ ਤੁਸੀਂ ਸੋਚ ਰਹੇ ਹੋ ਜਾਂ ਨਹੀਂ ਸੋਚ ਰਹੇ ਹੋ। ਉਹਨੂੰ ਮੈਂ ਯੂਨਾਈਟਿਡ ਨੇਸ਼ਨਸ 'ਚ ਅਗਰ ਕਰ ਰਹੀ ਹਾਂ ਔਰ ਮੈਨੂੰ ਇੱਕ ਸੈਂਟੈਂਸ ਵਿੱਚ ਮੈਂ ਅਟਕ ਗਈ ਅਗਰ ਕਿ ਉਹਦਾ ਮਤਲਬ ਕੀ ਹੋਏਗਾ, ਇਹਦਾ ਮਤਲਬ ਕੀ ਹੋਏਗਾ, ਇਹਨੂੰ ਮੈਂ ਕਿਵੇਂ ਬੋਲਣਾ ਹੈਗਾ, ਤਾਂ ਤੱਕ ਤੇ ਜੋ ਲੀਡਰ ਹੈਗਾ ਕੰਟਰੀ ਦਾ ਉਹਨੇ 2 ਸੈਂਟੈਂਸ ਹੋਰ ਬੋਲ ਜਾਣੇ ਨੇ, ਔਰ ਉਹ ਅਗਰ ਮੇਰੇ ਛੁੱਟ ਗਏ ਤੇ ਬਹੁਤ ਕ੍ਰੂਸ਼ੀਅਲ ਇਨਫੋਰਮੇਸ਼ਨ ਹੋ ਸਕਦੀ ਹੈ ਜੋ ਹੈਡਸ ਆਫ ਦ ਕੰਟਰੀਜ਼, 192 ਕੰਟਰੀਜ਼ ਦੇ ਹੈਡਸ ਆਫ ਨੇਸ਼ਨ ਬੈਠੇ ਨੇ, ਉਹਨਾਂ ਨੂੰ ਸੁਣਾਈ ਨਹੀਂ ਦੇਗੀ। ਸੋ ਹੋ ਸਕਦਾ ਉਸੇ ਵਿੱਚ ਹੀ ਪ੍ਰਾਈਮ ਮਿਨਿਸਟਰ ਨੇ ਜਾਂ ਲੀਡਰ ਆਫ ਦ ਕੰਟਰੀ ਨੇ ਕੁਝ ਐਸਾ ਬੋਲਿਆ ਹੋਏ ਜੋ ਸਾਰੀ ਦੁਨੀਆ ਨੂੰ ਸੁਣਾਉਣਾ ਬਹੁਤ ਜ਼ਰੂਰੀ ਸੀ। तो ਇਸ ਲਈ ਇੰਟਰਪ੍ਰੀਟਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਨਹੀਂ ਕਹਿ ਰਹੀ ਕਿ ਟ੍ਰਾਂਸਲੇਸ਼ਨ ਕੋਈ ਛੋਟਾ ਕੰਮ ਹੈ ਜਾਂ ਉਹਦਾ ਕੋਈ ਘੱਟ ਜ਼ਿੰਮੇਵਾਰੀ ਹੈ, ਲੇਕਿਨ ਇੱਕ ਅਲੱਗ ਸਕਿੱਲ ਹੈਗੀ ਹੈ ਉਹ ਤੁਸੀਂ ਕਈ ਵਾਰੀ ਰਿਵਾਈਜ਼ ਕਰ ਸਕਦੇ ਹੋ। ਮਗਰ ਇੰਟਰਪ੍ਰੀਟੇਸ਼ਨ ਇਜ਼ ਅ ਫਾਈਨਲ ਪ੍ਰੋਡਕਟ, ਜਿਹੜਾ ਤੁਸੀਂ ਅੱਜ ਬੋਲ ਦਿੱਤਾ ਦੈਟਸ ਇਟ, ਉਹ ਤੁਹਾਡੀ ਹੁਣ ਉਹਦੀ ਰਿਕਾਰਡਿੰਗਸ ਤੁਹਾਡੀਆਂ ਹਮੇਸ਼ਾ ਲਾਈਫ ਟਾਈਮ ਲਈ ਰਹਿ ਰਹੀਆਂ ਨੇ। ਸੋ ਇਹ ਸਕਿੱਲਸ ਤੁਹਾਨੂੰ ਮਤਲਬ ਇੱਕ ਤੇ ਡਿਵਾਈਨਲੀ ਗਿਫਟਡ ਸੀ ਤੇ ਦੂਸਰਾ
of course, with divine intervention or whatever, or destiny, Parliament of India ਵਿੱਚ ਤੁਸੀਂ groom ਹੋਏ Yes. ਤੇ which is not a small thing ਤੇ ਤੁਹਾਨੂੰ ਇਸ ਤਰ੍ਹਾਂ ਦੇ colleagues ਮਿਲੇ ਜਿਹੜੇ ਬੜੇ ਕੋਆਪਰੇਟਿਵ, ਜਿੰਨੀ ਮੈਂ ਗੱਲ ਤੁਹਾਡੀ ਹੁਣ ਸਮਝ ਪਾ ਰਿਹਾ। ਹਾਂਜੀ। ਉਸ ਤੋਂ ਬਾਅਦ ਇਹ ਜਿਹੜੀ ਹੁਣ ਜਿਹੜਾ ਫਾਸਟ ਫਾਰਵਰਡ ਕਰੀਏ, ਤੁਸੀਂ US ਕਿਵੇਂ ਆਏ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਵਾਈਟ ਹਾਊਸ ਦੀ ਜਿਹੜੀ ਤੁਹਾਡੀ ਯਾਤਰਾ ਹੈ ਇਹ ਕਿਸ ਤਰ੍ਹਾਂ ਹੋਈ ਸ਼ੁਰੂ? 1996 ਦੀ ਗੱਲ ਹੈਗੀ ਹੈ। ਮੈਂ ਪਾਰਲੀਮੈਂਟ ਵਿੱਚ ਕੰਮ ਕਰ ਰਹੀ ਸੀ ਐਜ਼ ਪਾਰਲੀਮੈਂਟਰੀ ਇੰਟਰਪ੍ਰੀਟਰ, ਔਰ ਮੈਨੂੰ ਮੌਕਾ ਮਿਲਿਆ ਸੀ ਟ੍ਰੇਨ ਵੀ ਕਰਨ ਦਾ ਇੰਟਰਪ੍ਰੀਟਰਸ ਨੂੰ, ਤੇ ਮੈਂ ਖੁਸ਼ ਸੀ ਕਾਫੀ ਆਪਣੇ ਕੈਰੀਅਰ ਪਾਥ ਤੋਂ। ਐਂਡ ਉਸੇ ਟਾਈਮ ਮੇਰੇ ਹਸਬੈਂਡ ਨੂੰ ਕਾਲ ਆਈ ਉਹਨਾਂ ਦੀ ਕੰਪਨੀ ਤੋਂ ਕਿ ਅਸੀਂ ਆਪਣਾ ਆਫਿਸ ਸਾਡਾ ਜਿਹੜਾ US ਵਿੱਚ ਹੈਗਾ ਉਹਦੇ 'ਚ ਸਾਨੂੰ ਇੱਕ ਹੋਰ ਬੰਦੇ ਦੀ ਜ਼ਰੂਰਤ ਹੈਗੀ, EMPLOYE ਦੀ ਜ਼ਰੂਰਤ ਹੈਗੀ ਹੈ। ਹੀ ਵਾਜ਼ ਇਨ IT ਸੈਕਟਰ, ਹੀ ਸਟਿਲ ਇਨ IT ਸੈਕਟਰ, ਤੇ ਉੱਥੇ ਤੁਸੀਂ ਅਗਰ ਆ ਸਕੋ ਤੇ ਇਟ ਵਿਲ ਬੀ ਗ੍ਰੇਟ। ਐਂਡ ਉਹਨਾਂ ਨੇ ਮੈਨੂੰ ਦੱਸਿਆ ਤੇ ਥੋੜੀ ਐਕਸਾਈਟਮੈਂਟ ਵੀ ਹੋਈ ਕਿ ਠੀਕ ਹੈ, ਬਿਕਾਜ਼ ਆਈ ਹੈਵ ਕਜ਼ਨਸ ਹੂ ਲਿਵ ਹੇਅਰ, ਵਾਚ ਮੂਵੀਜ਼ ਅਬਾਊਟ ਯੂਨਾਈਟਿਡ ਸਟੇਟਸ ਐਂਡ ਆਲ ਦੈਟ। ਕਦੀ ਹੁੰਦਾ ਹੀ ਕਿ ਮੰਨ ਕੇ ਚਲੋ ਐਸ ਵਿਲ ਗੋ ਐਂਡ ਵਿਜ਼ਿਟ ਇਟ। ਪਰ ਉਸੇ ਟਾਈਮ ਤੇ ਮੇਰੇ ਪੇਰੈਂਟਸ ਨੂੰ, ਫੈਮਿਲੀ ਨੂੰ ਸੀ ਕਿ ਇੰਨੀ ਅੱਛੀ ਜੌਬ, ਇੰਨੀ ਖੁਸ਼ੀ ਜੌਬ ਹੈਗੀ ਹੈ, ਇੰਨੀ ਮੁਸ਼ਕਿਲ ਨਾਲ ਇਸ ਤਰ੍ਹਾਂ ਦੇ ਜੌਬਸ ਮਿਲਦੇ ਨੇ, ਤੇ ਤੁਸੀਂ ਛੋੜ ਕੇ ਕਿਉਂ ਜਾਓਗੇ? ਔਰ ਮੈਨੂੰ ਵੀ ਲੱਗਿਆ ਕਿ ਸ਼ਾਇਦ ਇਸ ਤਰ੍ਹਾਂ ਦੀ ਓਪਰਚੁਨਿਟੀ ਦੁਬਾਰਾ ਨਾ ਮਿਲੇ। I was almost at the top of political arena, and working there, and within 3-4 ਸਾਲ ਵਿੱਚ ਮੈਨੂੰ ਟ੍ਰੇਨ ਕਰਨ ਦਾ ਵੀ ਮੌਕਾ ਮਿਲ ਗਿਆ ਸੀ। and I was enjoying that status। ਮੈਨੂੰ TV ਚੈਨਲਸ ਵੀ ਕਾਲਸ ਆਉਂਦੀਆਂ ਸੀਗੀਆਂ to interpret for them। from Noy Roy ਕੋਲੋਂ ਮੈਨੂੰ ਕਾਲ ਆਈ ਸੀ NDTV ਵਾਸਤੇ, ਐਗਜ਼ਿਟ ਪੋਲਸ ਵਾਸਤੇ and all that। so ਅੱਛਾ ਕਰੀਅਰ ਚੱਲ ਰਿਹਾ ਸੀ। ਉਸ ਟਾਈਮ ਦੁਵਿਧਾ ਸੀ ਕਿ ਜਾਈਏ ਕਿ ਨਾ ਜਾਈਏ। ਫਿਰ ਇਹ ਸੋਚਿਆ ਕਿ ਅਸੀਂ 3 ਸਾਲ ਦੇ ਲਈ ਜਾਵਾਂਗੇ ਆਪਣਾ USA, ਔਰ ਫਿਰ ਦੇਖਾਂਗੇ ਕਿਸ ਤਰ੍ਹਾਂ ਲੱਗਦਾ ਹੈਗਾ। ਤੇ ਮੇਰੇ ਹਸਬੈਂਡ ਨੇ ਫਿਰ ਆਪਣੇ ਆਫਿਸ ਨੂੰ ਕਿਹਾ ਕਿ ਠੀਕ ਹੈ, ਮੈਂ 3 ਸਾਲ ਲਈ ਆ ਸਕਦਾ ਹੈਗਾ। ਐਂਡ ਮੈਂ ਫਿਰ ਪਾਰਲੀਮੈਂਟ ਤੋਂ ਪਰਮਿਸ਼ਨ ਮੰਗੀ ਕਿ ਮੈਨੂੰ ਅਗਰ 3 ਸਾਲ ਦੀ ਛੁੱਟੀ ਮਿਲ ਸਕੇ, ਤੇ ਉਹਨਾਂ ਨੇ ਕਿਹਾ ਜਿੰਨੀ ਹੈ ਲੈ ਸਕਦੇ ਹੋ, ਬਾਕੀ ਵਿਦਆਊਟ ਪੇ ਲੈ ਕੇ ਤੁਸੀਂ ਐਜ਼ ਐਨ ਐਕਸੈਪਸ਼ਨ 3 ਸਾਲ ਲਈ ਹੋ ਕੇ ਆ ਜਾਓ। ਤੇ 3 ਸਾਲ ਲਈ ਅਸੀਂ ਇੱਥੇ ਆਏ ਸੀ ਸੋਚ ਕੇ ਬਈ ਅਸੀਂ 99 ਵਿੱਚ ਵਾਪਸ ਚਲੇ ਜਾਵਾਂਗੇ। ਬਟ ਦੈਨ ਇੱਥੇ ਆਏ ਤੇ ਫਿਰ ਲੱਗਿਆ ਕਿ 3 ਸਾਲ ਖਾਲੀ ਤੇ ਨਹੀਂ ਬੈਠ ਸਕਦੇ, ਵੇਲੇ ਤੇ ਨਹੀਂ ਬੈਠ ਸਕਦੇ। ਜਿਸਨੇ ਸ਼ੁਰੂ ਤੋਂ ਕਾਲਜ ਪੜ੍ਹਦਿਆਂ ਹੀ ਜੌਬ ਸ਼ੁਰੂ ਕੀਤਾ ਹੋਇਆ ਤੇ ਖਾਲੀ ਬਿਲਕੁਲ ਨਹੀਂ ਬੈਠ ਸਕਦਾ। ਸੋ ਮੈਂ ਜਦ ਦੇਖਿਆ ਤੇ ਮੈਨੂੰ ਲੱਗਾ ਇੱਥੇ IT ਦਾ ਗੜ੍ਹ ਹੈਗਾ। ਜਿੱਥੇ ਅਸੀਂ ਸਿਲੀਕਨ ਵੈਲੀ ਵਿੱਚ ਆਏ ਸੀ ਕੈਲੀਫੋਰਨੀਆ ਵਿੱਚ, ਤੇ ਇੱਥੇ ਮੇਰੇ ਲਈ ਤੇ ਕੰਮ ਹੋਏਗਾ ਨਹੀਂ ਇੰਟਰਪ੍ਰੀਟੇਸ਼ਨ ਦਾ। ਤੇ ਮੈਂ ਇਹ ਸੋਚਿਆ ਕਿ ਮੈਨੂੰ ਵੀ ਸ਼ਾਇਦ ਇੰਟਰਪ੍ਰੀਟੇਸ਼ਨ ਦੇ ਫੀਲਡ ਨੂੰ ਛੱਡ ਕੇ ਤੇ IT ਫੀਲਡ 'ਚ ਜਾਣਾ ਚਾਹੀਦਾ ਹੈ। ਔਰ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਕਿ ਠੀਕ ਹੈ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਇੱਥੇ ਕੋਈ ਹੋਰ ਕੋਰਸਿਸ ਵਗੈਰਾ ਕਰਕੇ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਹੈ, ਤੇ ਮੈਂ IT ਫੀਲਡ 'ਚ ਆ ਜਾਵਾਂ। ਉਸ ਟਾਈਮ ਤੇ ਜੋ ਉਹਨਾਂ ਨੇ ਇੱਕ ਸੈਂਟੈਂਸ ਕਿਹਾ ਸੀ ਜੋ ਮੈਨੂੰ ਅੱਜ ਤੱਕ ਯਾਦ ਹੈਗਾ, ਐਂਡ ਆਮ ਵੈਰੀ ਗ੍ਰੇਟਫੁਲ ਟੂ ਹਿਮ ਫॉर ਸੇਇੰਗ ਦੈਟ। ਉਹਨਾਂ ਨੇ ਇਹ ਕਿਹਾ ਸੀ ਕਿ ਫੋਲੋ ਯੋਰ ਹਾਰਟ। ਜੋ ਤੁਹਾਡਾ ਆਪਣੀ ਸਟਰੈਂਥ ਹੈਗੀ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ, ਨਾ ਕਿ ਪੇੜ ਚਾਲ ਕਿ ਸਾਰਾ ਜੀ ਇੱਥੇ IT ਇੰਡਸਟਰੀ ਹੈਗੀ ਹੈ ਤੇ ਸਿਰਫ ਮੈਨੂੰ IT ਵਿੱਚ ਹੀ ਸਕਸੈਸ ਮਿਲ ਸਕਦਾ ਹੈ। ਤੁਸੀਂ ਜਿਹੜਾ ਵੀ ਕੰਮ ਕਰੋ ਉਹਨੂੰ ਮਨ ਲਗਾ ਕੇ ਕਰੋਗੇ ਤੁਹਾਨੂੰ ਸਕਸੈਸ ਤੇ ਮਿਲਣਾ ਹੀ ਹੈਗਾ। ਸੋ ਮੈਂ ਉਸ ਗੱਲ ਨੂੰ ਫੜ ਲਿਆ, ਔਰ ਫਿਰ ਮੈਂ ਕੋਸ਼ਿਸ਼ ਕੀਤੀ, ਦੇਖਣਾ ਸ਼ੁਰੂ ਕੀਤਾ ਕਿ ਇੰਟਰਪ੍ਰੀਟੇਸ਼ਨ ਕਿੱਥੇ ਜ਼ਰੂਰਤ ਹੋ ਸਕਦੀ ਹੈ। ਤੇ ਮੈਨੂੰ ਉਸ ਟਾਈਮ ਤੇ ਕੋਰਟਸ ਵਿੱਚ ਨਜ਼ਰ ਆਇਆ ਓਪਰਚੁਨਿਟੀ। ਇੱਥੇ ਦੀ ਜੋ ਅਦਾਲਤਾਂ ਹੈਗੀਆਂ ਨੇ, ਕਚਹਿਰੀਆਂ ਨੇ, ਉੱਥੇ ਉਹਨਾਂ ਨੂੰ ਕਈ ਲੋਕ ਸਾਡੇ ਪੰਜਾਬੀ ਜੋ ਆਉਂਦੇ ਨੇ, ਇਮੀਗ੍ਰੇਸ਼ਨ ਕਰਕੇ ਫਸ ਜਾਂਦੇ ਨੇ, ਜਾਂ ਕੋਈ ਗਲਤ ਕੰਮ ਕਰ ਲਿਆ ਇੱਥੇ ਆ ਕੇ, ਚੋਰੀ ਕਰਦੇ ਉਹਨੂੰ ਕਹਿੰਦੇ ਨੇ ਸ਼ੌਪਲਿਫਟਿੰਗ, ਇੱਥੇ ਕੋਈ ਵੀ ਗਲਤ ਕੰਮ ਕਰ ਲਿਆ, ਜਾਂ ਸਾਡੇ ਘਰਾਂ 'ਚ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹੁੰਦੇ ਸੀ ਕਾਫੀ ਲੋਕਾਂ ਦੇ, ਘਰੇਲੂ ਲੜਾਈ ਝਗੜਾ, ਕਿ ਇੰਡੀਆ 'ਚ ਬਹੁਤ ਆਮ ਗੱਲ ਹੈ, ਹਸਬੈਂਡ ਇੱਕ ਥੱਪੜ ਲਗਾਤਾ, ਕੋਈ ਵੱਡੀ ਗੱਲ ਨਹੀਂ ਹੈ, ਲੇਕਿਨ ਇੱਥੇ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਉਹ। ਤਾਂ ਉਸ ਤਰ੍ਹਾਂ ਦੇ ਕੇਸਿਸ ਆਉਂਦੇ ਸੀ, ਤੇ ਮੈਂ ਉੱਥੇ ਫਿਰ ਉਹਨਾਂ ਨੇ ਕਿਹਾ ਹਾਂ ਤੁਸੀਂ ਇੰਟਰਪ੍ਰੀਟੇਸ਼ਨ ਸ਼ੁਰੂ ਕਰੋ, ਤੇ ਮੈਂ ਟੈਸਟ ਵਗੈਰਾ ਦੇ ਕੇ ਉੱਥੇ ਇੰਟਰਪ੍ਰੀਟੇਸ਼ਨ ਕਰ ਰਹੀ ਸੀ। ਇੰਨੇ ਵਿੱਚ ਮੇਰੀ ਇੱਕ ਕੋਲੀਗ ਸੀਗੀ ਜੋ ਸਪੈਨਿਸ਼ ਇੰਟਰਪ੍ਰੀਟਰ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਚਾਹੋ ਤਾਂ ਡਿਪਲੋਮੈਟਿਕ ਫੇਰੀਅਰ ਨਿਸ਼ ਕਿਉਂ ਨਹੀਂ ਟਰਾਈ ਕਰਦੇ ਹੋ, ਤੇ ਤੁਸੀਂ ਡਿਪਲੋਮੈਟਿਕ ਲੈਵਲ ਤੇ ਇੰਟਰਪ੍ਰੀਟੇਸ਼ਨ ਕਰਕੇ ਆਏ ਹੋ ਇੰਡੀਆ 'ਚ ਪਾਰਲੀਮੈਂਟ ਵਿੱਚ, ਤੇ ਉੱਥੇ ਯੂਨਾਈਟਿਡ ਸਟੇਟਸ ਵਿੱਚ ਇਹਨੂੰ ਕਹਿੰਦੇ ਡਿਪਾਰਟਮੈਂਟ ਆਫ ਸਟੇਟ, ਜੋ ਕਿ ਇਕੁਇਵਲੈਂਟ ਹੈਗਾ ਇੰਡੀਆ ਦੇ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਨਾਲ, ਐਕਸਟਰਨਲ ਅਫੇਅਰਸ ਦੇ ਨਾਲ। ਤੇ ਉਸ ਟਾਈਮ ਤੇ ਮੈਨੂੰ ਮੁਸ਼ਕਿਲ ਲੱਗਾ ਸੀ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਵਾਸ਼ਿੰਗਟਨ DC ਵਿੱਚ ਨੇ ਔਰ ਮੈਂ ਕੈਲੀਫੋਰਨੀਆ ਵਿੱਚ ਹਾਂ, ਪਰ ਉਹਨੇ ਮੈਨੂੰ ਕਾਫੀ ਇਨਕਰੇਜ ਕੀਤਾ ਕਿ ਨਹੀਂ ਤੁਸੀਂ ਕਰੋ, ਮੇਬੀ ਤੁਸੀਂ ਥੋੜਾ ਕੰਮ ਉਹਨਾਂ ਲਈ ਔਨ ਕੰਟਰੈਕਟ ਬੇਸਿਸ ਕਰ ਸਕਦੇ ਹੋ, ਜਾਂ ਹੋ ਸਕਦਾ ਕੱਲ ਨੂੰ ਮੂਵ ਵੀ ਕਰ ਲਓ ਉੱਥੇ। ਸੋ ਮੈਂ ਗਈ ਉੱਥੇ, ਮੈਂ ਟੈਸਟ ਦਿੱਤਾ, ਔਰ ਗੁਰ ਦੀ ਮਿਹਰ ਸੀ, ਮੈਨੂੰ ਇੰਟਰਪ੍ਰੀਟੇਸ਼ਨ ਦੇ ਟੈਸਟ ਵਿੱਚ ਕਾਬਲੀਅਤ ਹਾਸਿਲ ਹੋ ਗਈ। ਫਿਰ ਕਾਫੀ ਲੈਵਲਸ ਹੋਰ ਹੁੰਦੇ ਉਹਨਾਂ ਦੇ ਇੰਟਰਪ੍ਰੀਟੇਸ਼ਨ ਦੇ, ਟੈਸਟ ਦਿੰਦੇ ਰਹੇ ਅਸੀਂ ਕੁਝ ਸਾਲ ਦੇ ਬਾਅਦ, ਔਰ ਫਿਰ ਸਿਕਿਉਰਿਟੀ ਕਲੀਅਰੈਂਸਿਸ ਹੁੰਦੀਆਂ ਨੇ। ਫਿਰ ਵੱਡਾ ਮੌਕਾ ਮਿਲਿਆ ਮੈਨੂੰ ਜਾ ਕੇ 2010 ਦੇ ਵਿੱਚ, ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਇੰਡੀਆ ਜਾਣਾ ਸੀ, ਤੇ ਉਸ ਤਰ੍ਹਾਂ ਫਿਰ ਮੈਂ ਉਹਨਾਂ ਦੇ ਨਾਲ ਸ਼ੁਰੂ ਕੀਤਾ, ਔਰ ਫਿਰ ਕਾਫਿਲਾ ਚੱਲਦਾ ਗਿਆ ਅੱਗੇ। 2010 ਵਿੱਚ, 2015 ਵਿੱਚ ਫਿਰ ਉਹ ਗਏ ਇੰਡੀਆ ਦੁਬਾਰਾ, ਮੈਂ ਫਿਰ ਤਾਵੀ ਨਾਲ ਗਈ। 2020 ਵਿੱਚ ਟਰੰਪ ਗਏ, ਉਹਨਾਂ ਨਾਲ ਗਈ। 2023 ਦੇ ਵਿੱਚ ਬਾਈਡਨ ਗਏ ਸੀ ਉਹਨੇ G20 ਲਈ। ਸੋ ਇਹਨਾਂ ਲੀਡਰਸ ਨਾਲ ਮੈਂ ਜਾਂਦੀ ਰਹੀ ਹਾਂ। ਸਾਡੇ ਸੈਕਟਰੀਜ਼ ਜੋ ਇੰਡੀਆ ਦੇ ਇਕੁਇਵਲੈਂਟ ਹੈਗੇ ਨੇ, ਉੱਥੇ ਇੰਡੀਆ 'ਚ ਕੀ ਕਿਹਾ ਜਾਂਦਾ ਹੈਗਾ, ਸੈਕਟਰੀ ਆਫ ਨਹੀਂ, ਮਿਨਿਸਟਰ ਕਿਹਾ ਜਾਂਦਾ, ਮਿਨਿਸਟਰ ਆਫ ਫੋਰਨ ਅਫੇਅਰਸ, ਐਕਸਟਰਨਲ ਅਫੇਅਰਸ, ਮਿਨਿਸਟਰ ਆਫ ਟ੍ਰੇਡ, ਮਿਨਿਸਟਰ ਆਫ
ਡਿਫੈਂਸ ਤੇ ਇੱਥੇ ਕਿਹਾ ਜਾਂਦਾ ਹੈ ਸੈਕਟਰੀ ਆਫ ਡਿਫੈਂਸ, ਸੈਕਟਰੀ ਆਫ ਸਟੇਟ। ਤੇ ਉਹਨਾਂ ਨਾਲ ਮੈਂ ਕਾਫੀ ਵਾਰੀ ਫਿਰ ਇੰਡੀਆ ਗਈ ਹਾਂ, ਔਰ ਉੱਥੋਂ ਵੀ ਜਦ ਕੋਈ ਆਇਆ ਹੈਗਾ ਤੇ ਮੈਂ ਇੱਥੇ ਕੀਤਾ ਹੈਗਾ G20s, G7s, ਡਿਪਲੋਮੈਟਿਕ ਲੈਵਲ, ਬਾਇਲੈਟਰਲ ਟਾਕਸ, ਆਸੀਆਨ, ਆਲ ਦੋਜ਼ ਕਲਾਈਮੇਟ ਚੇਂਜ, COP ਕਹਿੰਦੇ ਨੇ, COP 26, COP 27, ਇਹ ਸਾਰੇ ਜੋ COP 22 ਤੋਂ ਮੈਂ ਸ਼ੁਰੂ ਕੀਤਾ ਸੀ ਉਹ ਕਰ ਰਹੀ ਹੈਗੀ ਹਾਂ। ਸੋ ਹੁੰਦੇ ਰਹਿ ਗਏ ਨੇ। ਅਪਾਰਟ ਫਰਮ ਦੈਟ ਮੈਂ ਕਾਫੀ ਜਿਹੜੀਆਂ ਫੋਰਚੂਨ 500 ਕੰਪਨੀਜ਼ ਨੇ, ਪੈਪਸੀ ਹੈਗੀ ਹੈ, MDRT ਹੈਗੀ ਹੈ, ਐਮਵੇ ਹੈਗੀ ਹੈ, ਇਸ ਤਰ੍ਹਾਂ ਕਾਫੀ ਵੱਡੀ ਕੰਪਨੀ ਦੇ ਨਾਲ, ਇੰਦਰਾ ਨੂਈ ਦੇ ਨਾਲ, ਇਹਨਾਂ ਲੋਕਾਂ ਦੇ ਨਾਲ ਮੈਂ ਕੰਮ ਕੀਤਾ ਹੈਗਾ, ਅਜੇ ਬਾਂਗਾ ਦੇ ਨਾਲ ਮੈਂ ਕੰਮ ਕੀਤਾ ਹੈਗਾ, ਬਿਫੋਰ ਹੀ ਕੇਮ ਇਨਟੂ ਵਰਲਡ ਬੈਂਕ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਹੈਗਾ। ਸੋ ਇਸ ਤਰ੍ਹਾਂ ਨਾਲ ਮਤਲਬ ਕਾਫੀ ਵੈਰਾਈਟੀ ਮਿਲੀ ਹੈ ਮੈਨੂੰ ਕੰਮ ਕਰਨ ਦੀ। ਸਿਰਫ ਮੈਂ ਨਹੀਂ ਕਿ ਡਿਪਲੋਮੈਟਿਕ ਲੈਵਲ ਤੇ ਕੀਤਾ, ਬਾਕੀ ਕਾਫੀ ਹੋਰ ਜਗ੍ਹਾ ਤੇ ਵੀ ਮੈਨੂੰ ਓਪਰਚੁਨਿਟੀਜ਼ ਮਿਲੀਆਂ ਹੈਗੀਆਂ ਨੇ, ਮੌਕੇ ਮਿਲੇ ਨੇ। ਇਹ ਸਭ ਐਜ਼ ਆਈ ਸੈਡ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਉਹ ਆਪੇ ਰਾਹ ਦਿਖਾ ਦਿੰਦੇ ਨੇ ਕਿ ਕਿਸ ਸਾਈਡ ਜਾਣਾ ਹੈ, ਕਿਸ ਤਰ੍ਹਾਂ ਆਉਣਾ ਹੈ। ਕਈ ਵਾਰੀ ਕਲਾਇੰਟਸ ਆਪੇ ਤੁਹਾਨੂੰ ਅਪਰੋਚ ਕਰ ਲੈਂਦੇ ਨੇ ਤੇ ਤੁਸੀਂ ਉਸ ਤਰ੍ਹਾਂ ਵੀ ਆ ਜਾਂਦੇ ਹੋ। ਤੁਸੀਂ ਦੱਸਿਆ ਕਿ ਵੀ ਤੁਸੀਂ ਇੰਡੀਆ ਆਫ ਕੋਰਸ ਜੋ ਸਮਿਟ ਲੈਵਲ ਟਾਕਸ ਹੁੰਦੀਆਂ ਸੀ, ਤੁਸੀਂ ਇੰਡੀਆ ਆਉਂਦੇ ਸੀ, ਤੇ ਵਾਈਟ ਹਾਊਸ ਪ੍ਰੋਪਰ ਵਿੱਚ ਉੱਥੇ ਕਦੋਂ ਸ਼ੁਰੂ ਹੋਇਆ? ਵਾਈਟ ਹਾਊਸ ਪ੍ਰੋਪਰ ਵਿੱਚ ਮੇਰਾ ਕੰਮ ਆਈ ਥਿੰਕ ਮੈਂ ਟੈਸਟ ਵਗੈਰਾ ਤੇ 2001 ਵਿੱਚ ਕਰ ਲਿਆ ਸੀਗਾ। ਤੇ ਉਦੋਂ ਜਿਹੜੀਆਂ ਛੋਟੇ ਮੋਟੇ ਡੈਲੀਗੇਸ਼ਨਸ ਲੈਵਲ, ਨਾਟ ਪ੍ਰੈਜ਼ੀਡੈਂਸ਼ੀਅਲ ਲੈਵਲ, ਉਹਨਾਂ ਲਈ ਮੈਂ ਕੀਤਾ ਕਾਫੀ ਕੰਮ। ਮਗਰ ਵਾਈਟ ਹਾਊਸ ਵਿੱਚ ਪਹਿਲੀ ਮੇਰੀ ਜੋ ਕੀਤੀ ਸੀ ਮੈਂ 2014 ਵਿੱਚ ਕੀਤੀ ਸੀ, ਜਦੋਂ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਸੀ। ਤੇ ਉਹਨਾਂ ਦਾ ਚੱਕਰ ਲੱਗਿਆ ਸੀ ਇੱਥੇ, ਤੇ ਮੈਂ ਯੂਨਾਈਟਿਡ ਨੇਸ਼ਨਸ ਵਿੱਚ ਵੈਸੇ ਕਰ ਰਹੀ ਸੀ ਉਹਨਾਂ ਦੀ ਤਰਫੋਂ ਹੀ ਕੰਮ। ਮਗਰ 2014 ਵਿੱਚ ਜਦੋਂ ਉਹ ਸੈਪਟੈਂਬਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਅਦ ਪਹਿਲੀ ਵਾਰੀ ਜਦੋਂ ਓਬਾਮਾ ਨੂੰ ਮਿਲਣ ਆਏ ਸੀ ਵਾਈਟ ਹਾਊਸ ਵਿੱਚ, ਤੇ ਮੈਂ ਉਸ ਟਾਈਮ ਤੇ ਇੰਟਰਪ੍ਰੀਟੇਸ਼ਨ ਤਾਂ ਸ਼ੁਰੂ ਕੀਤੀ ਸੀ ਓਬਾਮਾ ਵਾਸਤੇ। ਔਰ ਉਸ ਤੋਂ ਬਾਅਦ ਫਿਰ ਕਾਫੀ ਮੀਟਿੰਗਸ ਹੋਈਆਂ, 2016 ਵਿੱਚ ਵੀ ਹੋਈ, 19 ਵਿੱਚ ਵੀ ਹੋਈ, 20 ਵਿੱਚ ਵੀ ਕਾਫੀ ਵਾਰੀ ਉਹ ਆਏ ਇੱਥੇ। ਔਰ ਜਿੰਨੀ ਵਾਰੀ ਵੀ ਆਏ, ਜਿੰਨੀ ਵੀ ਬਾਇਲੈਟਰਲ ਟਾਕਸ ਹੋਈਆਂ ਨੇ, ਉਹਨਾਂ 'ਚ ਮੈਂ ਇੰਟਰਪ੍ਰੀਟ ਕਰ ਰਹੀ ਸੀ ਉਹਨਾਂ ਨੂੰ। ਮੈਂ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਨੂੰ, ਪੋਰਟਸ ਕਹਿੰਦੇ ਉਹਨਾਂ ਨੂੰ। ਸੋ ਪੋਰਟਸ ਨੂੰ ਇੰਟਰਪ੍ਰੀਟੇਸ਼ਨ ਵਾਸਤੇ ਮੈਂ ਬੈਠੀ ਸੀ, ਔਰ ਉਹ ਇੰਡੀਅਨ ਪ੍ਰਾਈਮ ਮਿਨਿਸਟਰ ਆਪਣੇ ਆਪ ਉਹਨਾਂ ਦੇ ਨਾਲ ਹੋਰ ਇੰਟਰਪ੍ਰੀਟਰ ਆਉਂਦੇ ਸੀ। ਤੇ ਹੁਣ ਟਰੰਪ ਈਰਾ ਵਿੱਚ ਵੀ ਤੁਸੀਂ ਇਹ ਸੇਵਾ ਨਿਭਾ ਰਹੇ ਹੋ? ਜੀ ਜੀ, ਮਤਲਬ ਹੁੰਦਾ ਕਿ ਅਸੀਂ ਕਿਸੇ ਇੱਕ ਪ੍ਰੈਜ਼ੀਡੈਂਟ ਨਾਲ ਅਟੈਚ ਨਹੀਂ ਹੁੰਦੇ, ਅਸੀਂ ਹਰ ਪ੍ਰੈਜ਼ੀਡੈਂਟ ਦੇ ਲਈ ਕਰਦੇ ਹਾਂ। ਅਗਰ ਸਾਡਾ ਕੰਮ ਠੀਕ ਹੈਗਾ ਤੇ ਸਾਨੂੰ ਕੰਟੀਨਿਊ ਕਰਨ ਦਿੱਤਾ ਜਾਂਦਾ ਹੈਗਾ। ਤੇ ਮੈਂ ਪ੍ਰੈਜ਼ੀਡੈਂਟ ਓਬਾਮਾ ਦੇ ਲਈ ਕੀਤਾ, ਉਸ ਦੇ ਬਾਅਦ ਫਿਰ ਮੈਂ ਪ੍ਰੈਜ਼ੀਡੈਂਟ ਟਰੰਪ ਵਾਸਤੇ ਕੀਤਾ ਜਦੋਂ ਉਹ ਆਏ ਫਸਟ ਟਰਮ ਵਿੱਚ, ਫਸਟ ਐਡਮਿਨਿਸਟ੍ਰੇਸ਼ਨ ਜੋ ਉਹਨਾਂ ਦੀ ਸੀ। ਔਰ ਉਸ ਦੇ ਬਾਅਦ ਫਿਰ ਪ੍ਰੈਜ਼ੀਡੈਂਟ ਬਾਈਡਨ ਵਾਸਤੇ ਕੀਤਾ ਮੈਂ 4 ਸਾਲ। ਉਸ ਦੇ ਬਾਅਦ ਫਿਰ ਹੁਣ ਦੁਬਾਰਾ ਟਰੰਪ ਹੈਗੇ ਨੇ, ਸੋ ਆਈ ਐਮ ਡੂਇੰਗ ਇਟ ਅਗੇਨ ਵਿਦ ਹਿਮ। ਨਵੀਂ ਜਨਰੇਸ਼ਨ ਬਾਰੇ, ਜਿਹੜੀ ਅੱਜ ਦੀ ਸਾਡੀ ਜਨਰੇਸ਼ਨ ਹੈਗੀ, ਖਾਸ ਕਰਕੇ ਕਮਿਊਨਿਟੀ ਦੇ ਵਿੱਚ, ਉਹਨਾਂ ਲਈ ਤੁਹਾਡਾ ਕੀ ਕੋਈ ਮੈਸੇਜ ਹੋਏਗਾ? ਮੇਰਾ ਮੈਸੇਜ ਨਵੀਂ ਜਨਰੇਸ਼ਨ ਨੂੰ ਇਹੋ ਹੈ ਕਿ ਇੱਕ ਆਪਣਾ ਸਿਧਾਂਤ ਬਣਾ ਲਓ ਕਿ ਮੈਂ ਅਗਰ ਕੋਈ ਕੈਰੀਅਰ ਪਾਥ ਸੋਚਿਆ ਤੇ ਉਸੇ ਨੂੰ ਫੋਲੋ ਕਰਨਾ ਹੈਗਾ। ਹੋਰ ਜ਼ਰੂਰੀ ਨਹੀਂ ਹੈ ਕਿ ਉਹ ਕੈਰੀਅਰ ਪਾਥ ਇੰਜੀਨੀਅਰਿੰਗ ਜਾਂ ਮੈਡੀਸਿਨ, ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਜਾਂ ਆਰਕੀਟੈਕਟ ਬਣਨਾ ਜਾਂ IT ਵਿੱਚ ਜਾਣਾ ਜ਼ਰੂਰੀ ਨਹੀਂ ਹੈਗਾ। ਜਦੋਂ ਮੈਂ ਇੰਗਲਿਸ਼ ਆਨਰਸ ਕਰ ਰਹੀ ਸੀ ਤੇ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ ਤੂੰ ਇੰਗਲਿਸ਼ ਆਰਟਸ ਵਿੱਚ ਕਿਉਂ ਜਾ ਰਹੀ ਹੈ, ਰਾਈਟ? ਸਾਇੰਸ ਵਿੱਚ ਜਾਓ, ਬਿਕੋਜ਼ ਸਾਇੰਸ ਵਿੱਚ ਜਾ ਕੇ ਤੁਸੀਂ ਸਾਇੰਟਿਸਟ ਬਣ ਸਕਦੇ ਹੋ, IT ਵਿੱਚ ਜਾ ਸਕਦੇ ਹੋ, ਡਾਕਟਰ ਬਣ ਸਕਦੇ ਹੋ। ਇੰਗਲਿਸ਼ ਕਰਕੇ ਕੀ ਕਰੋਗੇ? ਆਰਟਸ ਕਰਕੇ ਕੀ ਕਰੋਗੇ? ਕਲਰਕ ਬਣੋਗੇ। that's how people ਇੰਡੀਆ ਜ਼ਿਆਦਾਤਰ ਇਸ ਤਰ੍ਹਾਂ ਦੇਖਿਆ ਜਾਂਦਾ ਸੀ ਕਿ ਫਾਈਨ ਆਰਟਸ ਜਾਂ ਲਿਟਰੇਚਰ ਇਹ ਚੀਜ਼ਾਂ ਜੋ ਨੇ, ਇਹ ਜੋ ਉਹਨਾਂ ਲੋਕਾਂ ਦੇ ਨੰਬਰ ਨਹੀਂ ਆਉਂਦੇ, ਬਿਲਕੁਲ 3rd ਕਲਾਸ, ਉੱਥੇ 3rd ਡਿਵੀਜ਼ਨ ਬੋਲਿਆ ਜਾਂਦਾ ਸੀ ਆਈ ਥਿੰਕ, ਉਹ ਲੋਕ ਜਾਂਦੇ ਨੇ। ਸੋ ਮੈਨੂੰ ਸੀ ਕਿ ਨਹੀਂ, ਤੁਸੀਂ ਆਪਣੇ ਆਪ ਕਰਕੇ ਵੀ, ਜੋ ਇੰਗਲਿਸ਼ ਲਿਟਰੇਚਰ ਕਰਕੇ ਵੀ ਤੁਸੀਂ IAS ਵਿੱਚ ਜਾ ਸਕਦੇ ਹੋ। ਤੁਸੀਂ ਆਪਣੇ ਜਿਸ ਤਰ੍ਹਾਂ ਮੇਰੇ ਲਈ ਇੱਕ ਨਵਾਂ ਡੋਰ ਖੁੱਲ ਗਿਆ, ਰਾਈਟ, ਇੰਟਰਪ੍ਰੀਟੇਸ਼ਨ ਦਾ, ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਸੋ ਉਹ ਤੁਹਾਡੇ ਉੱਤੇ ਹੈਗਾ ਕਿ ਤੁਸੀਂ ਕਿੰਨੀ ਲਗਨ ਦੇ ਨਾਲ ਕੰਮ ਕਰਦੇ ਹੋ। ਸੋ ਜਿਹੜਾ ਵੀ ਕੈਰੀਅਰ ਪਾਥ ਤੁਹਾਨੂੰ ਪਸੰਦ ਆਏ, ਜਿਸ ਤਰ੍ਹਾਂ ਮੇਰੇ ਹਸਬੈਂਡ ਨੇ ਕਿਹਾ, ਫੋਲੋ ਯੋਰ ਹਾਰਟ, ਜੋ ਤੁਹਾਨੂੰ ਪਸੰਦ ਆਏ ਉਹ ਕਰੋ, ਜੋ ਤੁਹਾਡੀ ਸਟਰੈਂਥ ਹੈ ਉਸ ਨੂੰ ਲੱਭੋ, ਅੰਦਰ ਜੇ ਤੁਹਾਡੀ ਇੱਕ ਨਿਸ਼ ਹੈਗੀ ਹੈ ਉਹਨੂੰ ਲੱਭੋ ਔਰ ਉਸ ਉੱਤੇ ਕੰਮ ਕਰੋ। ਔਰ ਉਸ ਨੂੰ ਪੂਰੀ ਮਿਹਨਤ ਦੇ ਨਾਲ ਜਦ ਕਰੋਗੇ ਤੇ ਗੁਰੂ ਦੀ ਬਖਸ਼ਿਸ਼ ਹੋਏਗੀ ਤੁਹਾਡੇ ਉੱਤੇ, ਤੁਸੀਂ ਪੂਰਾ ਉੱਥੇ ਨਿਭਾ ਸਕੋਗੇ ਉਸ ਕੰਮ ਨੂੰ। ਬਜਾਏ ਇਹਦੇ ਕਿ ਭੇਡ ਚਾਲ ਵਿੱਚ ਕਿ ਫਲਾਣਾ IT ਵਿੱਚ ਗਿਆ ਤੇ ਮੈਂ ਵੀ IT ਜਾਵਾਂ ਤੇ ਮੈਂ ਵੀ $5 ਲੱਖ ਬਣਾ ਸਕਾਂਗਾ ਸਾਲ ਦਾ, ਇਸ ਤਰ੍ਹਾਂ ਨਹੀਂ ਹੈਗਾ। ਤੁਸੀਂ ਕਿਸੇ ਵੀ ਫੀਲਡ ਵਿੱਚ ਰਹਿ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ, ਆਪਣੇ ਮੁਕਾਮ ਤੱਕ ਪਹੁੰਚ ਸਕਦੇ ਹੈਗੇ ਹੋ, ਪਰ ਕੜੀ ਮਿਹਨਤ ਹੋਰ ਇੱਕ ਲਗਾਵ, ਇੱਕ ਲਗਨ ਜ਼ਰੂਰੀ ਹੈਗੀ ਹੈ। ਔਰ ਇਸ ਦੇ ਨਾਲ ਜਿਹੜਾ ਗੁਰਮੁਖ ਸਿਧਾਂਤ ਹੈ, ਮਨ ਨੀਵਾ ਮਤ ਉੱਚੀ, ਮਨ ਨੀਵਾ ਮਤ ਉੱਚੀ, ਹਾਂਜੀ, ਇਸ ਨੂੰ ਕਿੰਨਾ ਇੰਪੋਰਟੈਂਟ ਸਮਝਦੇ ਹੋ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਾਂ, ਇਸ ਨੂੰ ਕਿੰਨਾ ਸਮਝਦੇ ਹੋ? ਮੈਨੂੰ ਲੱਗਦਾ ਹੈ ਇਹ ਜ਼ਿੰਦਗੀ ਦਾ ਕੋਰ ਹੈਗਾ। ਇਸ ਤੋਂ ਵੱਡਾ ਕੋਈ ਹੋਰ ਫਲਸਫਾ ਨਹੀਂ ਹੈਗਾ ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈਗਾ ਕਿ ਜਿੱਥੇ ਵੀ ਤੁਸੀਂ ਪਹੁੰਚੋ, ਜਿੰਨੀ ਵੀ ਉਚਾਈਆਂ ਤੇ ਤੁਸੀਂ ਜ਼ਿੰਦਗੀ ਦੀਆਂ ਪਹੁੰਚਾਓ। ਇਹ ਸਾਡੀ ਮੰਮੀ ਨੇ ਵੀ ਸਾਨੂੰ ਸਿਖਾਇਆ ਸੀ, ਮੇਰੀ ਮਦਰ ਨੇ ਸ਼ੁਰੂ ਤੋਂ ਹੀ ਸਿਖਾਇਆ, ਮੇਰੇ ਫਾਦਰ ਨੇ ਸ਼ੁਰੂ ਤੋਂ ਹੀ ਸਿਖਾਇਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਉਚਾਈਆਂ ਤਾਂ ਹੀ ਪਾ ਸਕੋਗੇ ਜੇ ਤੁਸੀਂ ਆਪਣੇ ਆਪ ਨੂੰ ਨੀਵਾਂ ਰੱਖੋਗੇ। ਮੇਰੀ ਮੰਮੀ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਸੀ ਕਿ ਜਿਹੜੇ ਪੇੜ ਦੀ ਡਾਲ ਨੂੰ ਫਰੂਟ ਲੱਗਦਾ ਹੈਗਾ ਉਹ ਨੀਵੀਂ ਹੁੰਦੀ ਹੈ, ਠੀਕ ਹੈ? ਜਦੋਂ ਫਰੂਟ ਲੱਗ ਜਾਂਦਾ ਹੈ, ਜਦ ਫਲਾਂ ਨਾਲ ਲੱਦੀ ਹੋਈ ਡਾਲ ਹੁੰਦੀ ਹੈ ਨਾ, ਬ੍ਰਾਂਚ ਜਿਹੜੀ ਹੁੰਦੀ ਹੈ ਉਹ ਨੀਵੀਂ ਹੁੰਦੀ ਹੈ ਕਿਉਂਕਿ ਉਸ ਤੇ ਫਲ ਲੱਗਿਆ ਹੋਇਆ ਹੈ।
ਬਾਕੀ ਕਿੱਕਰ ਦਾ ਪੇੜ ਤੇ ਉੱਚਾ ਹੈਗਾ, ਲੇਕਿਨ ਨਾ ਉਹ ਛਾਂ ਦਿੰਦਾ ਨਾ ਫਲ ਦਿੰਦਾ। ਲਾਈਕ ਇਹ ਐਗਜ਼ਾਮਪਲ ਮੇਰੀ ਮਦਰ ਨੇ ਮੈਨੂੰ ਬਚਪਨ ਵਿੱਚ ਦਿੱਤੀ ਸੀ, ਔਰ ਅਸੀਂ ਉਹਨੂੰ ਫੋਲੋ ਵੀ ਕੀਤਾ ਕਿ ਠੀਕ ਹੈ, ਜਿੰਨਾ ਤੁਸੀਂ ਨੀਵਾਂ ਰਹੋਗੇ ਤੁਸੀਂ ਉਨਾ ਹੀ ਉਚਾਈਆਂ ਤੇ ਪਹੁੰਚੋਗੇ, ਤੁਹਾਡੀ ਉਨੀ ਮਿਹਰ, ਕਿਉਂਕਿ ਤੁਹਾਡੇ ਕੀ ਕਹਿੰਦੇ ਨੇ ਹਿੰਦੀ ਵਿੱਚ ਵੀ ਹੈਗਾ ਵੇ ਕਿ ਜਿਹੜਾ ਬੰਦੀ ਚੀਜ਼ ਖੋਖਲੀ ਹੁੰਦੀ ਹੈ ਉਹ ਜ਼ਿਆਦਾ ਆਵਾਜ਼ ਕਰਦੀ ਹੈ। ਚੌਥਾ ਚਨਾ ਬਾਜੇ ਕਨਾ, ਚੌਥਾ ਘਨਾ, ਚੌਥਾ ਚਨਾ ਬਾਜੇ ਖਾਣਾ, ਇਹ ਮੈਂ ਲੱਭ ਰਹੀ ਸੀ। ਸੋ ਉਹ ਉਸ ਤਰ੍ਹਾਂ ਨਹੀਂ ਬਣਨਾ ਚਾਹੀਦਾ ਹੈਗਾ। ਤੁਸੀਂ ਜੋ ਤੁਹਾਡੇ ਕੋਲ ਹੈ ਤੁਸੀਂ ਲੋਕਾਂ ਨੂੰ ਦਿਖਾਵਾ ਨਹੀਂ ਕਰਨਾ। ਕਦੀ ਕਹਿੰਦੇ ਨੇ ਨਾ ਕਿ ਜਿਹੜਾ ਰੋਜ਼ ਦਾ ਫਲਾਵਰ ਹੈਗਾ, ਜਿਹੜਾ ਗੁਲਾਬ ਦਾ ਫੁੱਲ ਹੈਗਾ, ਉਹ ਕਦੀ ਲੋਕਾਂ ਕੋਲ ਜਾ ਕੇ ਨਹੀਂ ਕਹਿੰਦਾ ਮੈਨੂੰ ਸੁੰਘੋ ਮੈਂ ਬੜੀ ਖੁਸ਼ਬੂ ਵਾਲਾ ਹੈਗਾ। ਉਹ ਜਿੱਥੇ ਵੀ ਬੈਠਾ ਹੋਏਗਾ ਉਹਦੀ ਖੁਸ਼ਬੂ ਲੋਕਾਂ ਤੱਕ ਪਹੁੰਚ ਜਾਏਗੀ, ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਗੁਲਾਬ ਕਿਹੜਾ ਹੈਗਾ, ਉਹ ਗੇਂਦਾ ਕਿਹੜਾ ਹੈਗਾ, ਰਾਈਟ, ਕਿਹੜਾ ਫਲ ਕਿਹੜਾ ਫੁੱਲ ਕੀ ਦੇ ਸਕਦਾ ਹੈ, ਕਿੰਨੀ ਖੁਸ਼ਬੂ ਦੇ ਸਕਦਾ। ਉਹ ਆਪਣੇ ਆਪ ਉਹ ਫ੍ਰੇਗਰੈਂਸ ਲੋਕਾਂ ਤੱਕ ਪਹੁੰਚ ਜਾਂਦੀ ਹੈ। ਆਪਣੇ ਮਨ ਨੂੰ ਨੀਵਾਂ ਰੱਖਣਾ ਬਹੁਤ ਜ਼ਰੂਰੀ ਹੈਗਾ। ਦੁਨੀਆ ਨੂੰ ਦਿਖਾਵੇ ਵਾਸਤੇ ਕੁਝ ਨਹੀਂ ਕਰਨ ਦੀ ਜ਼ਰੂਰਤ ਹੈਗੀ। ਜੇ ਤੁਹਾਡੀ ਸਕਿੱਲ ਹੈਗੀ ਹੈ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਰਾਈਟ। ਮਤਲਬ ਹਰ ਬੰਦਾ ਆਪਣੀ ਆਪਣੀ ਫੀਲਡ ਵਿੱਚ ਕੰਮ ਕਰਦਾ ਹੈ, ਕੋਸ਼ਿਸ਼ ਕਰਦਾ ਹੈਗਾ। ਬਾਕੀ ਫਲ ਕਿੰਨਾ ਮਿਲਦਾ ਹੈ ਗੁਰੂ ਦੇ ਉੱਤੇ ਹੈਗਾ ਵੇ। ਇਮਾਨਦਾਰੀ ਦੀ ਕਿਰਤ ਹੋਵੇ, ਇਮਾਨਦਾਰੀ ਦੀ ਕਿਰਤ ਹੋਵੇ, ਔਰ ਜਿਹੜੀ ਸੱਚੀ ਸੁੱਚੀ ਕਿਰਤ ਹੋਵੇ, ਦਸਾਂ ਨੋਹਾਂ ਦੀ ਕਿਰਤ ਹੋਵੇ। ਦਸਾਂ ਨੋਹਾਂ ਦਾ ਕਿਰਤ ਦਾ ਮਤਲਬ ਇਹ ਨਹੀਂ ਕਿ ਉਹ ਇੰਟੈਲੈਕਟ ਵੀ ਜਿਹੜਾ ਹੈਗਾ ਉਹ ਵੀ ਦਸਾਂ ਨੋਹਾਂ ਦੀ ਕਿਰਤ ਵਿੱਚ ਵੀ ਹੀ ਆਉਂਦਾ ਹੈਗਾ। ਬਿਲਕੁਲ ਬਿਲਕੁਲ। ਸੋ ਫੋਲੋ ਯੂਰ ਪੈਸ਼ਨ, ਬਿਲਕੁਲ ਫੋਲੋ ਯੂਰ ਪੈਸ਼ਨ, ਔਰ ਅਰਦਾਸ ਕਰੋ ਵਾਹਿਗੁਰੂ ਜੀ ਕਿ ਸਾਨੂੰ ਰਸਤਾ ਸਹੀ ਦਿਖਾਣ, ਤਾਂ ਕਿ ਅਸੀਂ ਗਲਤ ਕੁਰਾਏ ਤੇ ਨਾ ਪਈਏ। क्योंकि हर बंदा मेहनत करता है, ना हम रूलते फिरते थे कोई बात ना पूछता, हम रूलते फिरते कोई बात ना पूछता, गुरसत गुरसंग फिरे। ਯਾ ਤੇ ਉਹੀ ਹੈਗਾ ਤੇ ਅਸੀਂ ਤੇ ਕੁਝ ਵੀ ਨਹੀਂ ਆ, ਕੁਝ ਵੀ ਨਹੀਂ ਆ, ਗੁਰੂ ਦੇ ਅੱਗੇ ਦੇ ਚਰਨਾਂ ਦੀ ਧੂੜ ਦਾ ਕਿਨਕਾ ਵੀ ਨਹੀਂ ਹੈ ਕਿਆ। ਤੇ ਉਹ ਤੇ ਜਦੋਂ ਮਿਹਰ ਹੋ ਜਾਏ, ਜਦੋਂ ਦੀ ਰਹਿਮਤ ਹੋ ਜਾਏ, ਉਹ ਸਾਨੂੰ ਅਸੀਂ ਪਾ ਲੈਂਦੇ ਆ ਕਿਆ। ਇਹੋ ਸਿਧਾਂਤ ਅਸੀਂ ਹਮੇਸ਼ਾ ਫੋਲੋ ਕੀਤੇ ਹੈ। ਅਗਰ ਮੈਂ ਚਾਹੁੰਦੀ ਕਿ ਸਾਡੀ ਜਨਰੇਸ਼ਨਸ ਵੀ ਆਉਣ ਵਾਲੀਆਂ ਇਹੋ ਫੋਲੋ ਕਰਨ ਕਿ ਆਪਣੇ ਆਪ ਨੂੰ ਨਾ ਜ਼ਿਆਦਾ ਸਮਝੋ, ਤੁਸੀਂ ਆਪਣੇ ਆਪ ਨੂੰ ਕੰਮ ਕਰਕੇ ਨੀਵਾਂ ਸਮਝੋ, ਔਰ ਗੁਰੂ ਦੇ ਅੱਗੇ ਆਪਣੇ ਆਪ ਨੂੰ ਭੇਟ ਕਰ ਦਿਓ, ਫਿਰ ਗੁਰੂ ਦੇ ਉੱਤੇ ਜੋ ਤੁਹਾਨੂੰ ਮਿਲਣਾ ਆਪੇ ਮਿਲ ਜਾਏਗਾ। ਐਸਾ ਸਤਿਗੁਰੂ ਜੇ ਮਿਲੇ ਤਿਸਨੂੰ ਸਿਰ ਸੋਪੀਏ ਵਿੱਚੋਂ ਆਪ ਜਾਈ। ਸੋ ਇਹ ਦੱਸੋ ਕਿ ਜਿਹੜੇ ਤੁਹਾਡੇ ਪੇਰੈਂਟਸ ਸਨ, ਆਪਾਂ ਜਦੋਂ ਫਾਸਟ ਫਾਰਵਰਡ ਕੀਤਾ ਤੇ ਇੱਕ ਗੱਲ ਜਿਹੜੀ ਮੇਰੀ ਰਹਿ ਗਈ ਕਿ ਤੁਹਾਡੇ ਪੇਰੈਂਟਸ ਵੀ ਲਿਟਰੇਚਰ ਨਾਲ ਸੰਬੰਧਿਤ ਸਨ, ਉਹਨਾਂ ਦਾ ਸੰਬੰਧ ਸੀ? ਐਕਚੁਅਲੀ ਮੇਰੀ ਮਦਰ ਪੋਇਟ ਵੀ ਸੀ ਐਂਡ ਲਿਟਰੇਚਰ ਨਾਲ ਬਹੁਤ ਜ਼ਿਆਦਾ ਕਨੈਕਟਡ ਸੀ। ਤੇ ਉਹ ਪੋਇਟਰੀ ਪੰਜਾਬੀ ਚ ਲਿਖਦੇ ਸੀ, ਔਰ ਬਹੁਤ ਅੱਛੀ ਪੋਇਟਰੀ ਲਿਖਦੇ ਸੀ। ਆਈ ਥਿੰਕ ਉਹਨਾਂ ਕੋਲੋਂ ਥੋੜੀ ਜਿਹਾ ਆਈ ਥਿੰਕ ਉਹ ਜੀਨਸ ਮੈਨੂੰ ਮਿਲਿਆ ਲਿਟਰੇਚਰ ਤੇ। AI ਦਾ ਯੁੱਗ ਆ ਗਿਆ ਹੈਗਾ ਤੇ ਮੈਂ ਤੇ ਇਹ ਦੇਖਦਾ ਕਿ ਕਈ ਜਗ੍ਹਾ ਹੁਣ AI ਤੇ ਜਿਹੜੀ ਸਟ੍ਰੈਟੇਜਿਕ ਲੈਵਲ ਤੇ ਵੀ ਯੂਜ਼ ਹੋ ਰਹੀ ਹੈ। ਇਹ ਦੁਨੀਆ ਦਾ ਜਿਹੜੀ ਬਣਤਰ ਹੈ ਉਹ ਬਦਲ ਹੀ ਗਈ ਹੈ ਬਹੁਤ ਜ਼ਿਆਦਾ। I mean, at least it's clear writing on the wall ਕਿ ਜੋ ਪਹਿਲਾਂ ਸੀ ਉਹ ਹੁਣ ਨਹੀਂ ਹੋਏਗਾ। ਤੇ ਇਸ ਪੂਰੇ ਬਦਲਦੇ ਮਤਲਬ ਸਿਨਾਰੀਓ ਦੇ ਵਿੱਚ ਤੁਸੀਂ ਕੀ ਵੇਖਦੇ ਹੋ ਕਿ ਕ੍ਰੀਏਟਿਵ ਆਰਟਸ ਕਿੱਥੇ ਹੈਗੇ ਨੇ, ਕਿੰਨਾ ਕੁ ਸਟੈਂਡ ਕਰਨਗੇ? ਜਿੱਥੇ ਤੱਕ AI ਦੀ ਗੱਲ ਹੈਗੀ, ਇੰਟਰਪ੍ਰੀਟੇਸ਼ਨ ਦੇ ਨਾਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਕੁਝ ਹੱਦ ਤੱਕ AI ਜੋ ਹੈ ਸਾਨੂੰ ਹੈਲਪ ਕਰ ਸਕਦੀ ਹੈਗੀ ਹੈ। ਜਿਹੜੇ ਕੰਮ ਹੁਣ ਜਿਹੜੇ ਖਾਸ ਕਰਕੇ ਜੋ ਟ੍ਰਾਂਸਲੇਸ਼ਨ ਕਰ ਰਹੇ ਨੇ, ਰਿਟਨ ਟ੍ਰਾਂਸਲੇਸ਼ਨ ਕਰ ਰਹੇ ਨੇ, ਉਹਨਾਂ ਨੂੰ ਹੈਲਪ ਮਿਲ ਸਕਦੀ ਹੈ ਕਿ ਇੰਸਟੈਡ ਕਿ ਬਈ ਉਹ ਡਿਕਸ਼ਨਰੀਆਂ ਲੱਭਣ ਜਾਂ ਲੱਭਣ, ਉਹ ਰਾਈਟ ਅਵੇ ਉਹਨਾਂ ਨੂੰ ਵਰਡਸ ਮਿਲ ਸਕਦੇ ਨੇ, ਸਭ ਕੁਝ ਕਰ ਸਕਦੇ ਨੇ। ਇੰਟਰਪ੍ਰੀਟੇਸ਼ਨ ਵੀ ਕੁਝ ਹੱਦ ਤੱਕ, ਜਿਵੇਂ ਮੈਡੀਕਲ ਇੰਟਰਪ੍ਰੀਟੇਸ਼ਨ ਹੀ ਥੋੜਾ ਬਹੁਤ ਹੋਇਆ ਜਾਂ ਕਿਸੇ ਛੋਟੀ ਮੀਟਿੰਗ ਵਿੱਚ ਕਿਸੇ ਜਾਣਾ ਹੋਇਆ, ਉੱਥੇ ਹੋ ਸਕਦਾ ਹੈ। ਲੇਕਿਨ ਜਦੋਂ ਗੱਲ ਆਉਂਦੀ ਇੱਕ ਰਿਸਪੌਂਸਿਬਲ ਡਿਪਲੋਮੈਟਿਕ ਲੈਵਲ ਦੇ ਉੱਤੇ, ਜਿੱਥੇ ਤੁਸੀਂ ਬਹੁਤ ਕੁਝ ਬੋਲਣ ਵਾਲੇ ਦੇ ਹਾਵ ਭਾਵ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਬਾਡੀ ਲੈਂਗੁਏਜ ਬਹੁਤ ਵੱਡੀ ਚੀਜ਼ ਹੁੰਦੀ ਹੈ। ਬੰਦਾ ਕੀ ਕਹਿਣਾ ਚਾਹ ਰਿਹਾ ਤੁਸੀਂ ਉਹਨੂੰ ਵੇਖ ਕੇ ਜੋ ਸਮਝ ਸਕਦੇ ਹੋ, ਉਹ ਦੂਰੋਂ ਬੈਠ ਕੇ ਜਾਂ AI ਤੇ ਬਿਲਕੁਲ ਨਹੀਂ ਕਰ ਸਕਦਾ। AI ਕੀ ਚੀਜ਼ ਹੈ? ਆਫਟਰ ਆਲ AI ਇਜ਼ ਅ ਸੈਟ ਆਫ ਐਲਗੋਰਿਦਮ, ਰਾਈਟ? ਤੇ ਐਲਗੋਰਿਦਮ ਦੇ ਵਿੱਚੋਂ ਤੁਸੀਂ ਵਰਡਸ ਕੱਢੋਗੇ, ਉਹਦੇ ਵਿੱਚ ਤੁਹਾਡੇ ਇਮੋਸ਼ਨਸ ਨਹੀਂ ਆ ਸਕਦੇ। AI ਦੇ ਵਿੱਚੋਂ ਤੁਸੀਂ ਐਲਗੋਰਿਦਮ ਵਿੱਚੋਂ ਤਾਂ ਤੁਸੀਂ ਵਰਡਸ ਲੱਭੋਗੇ ਜਾਂ AI ਲੱਭੇਗਾ ਜਦੋਂ, ਤੇ ਉਹਦੇ ਵਿੱਚ ਕੀ ਅੰਡਰਲਾਈਨ ਮੀਨਿੰਗ ਹੈ, ਉਹਦੇ ਪਿੱਛੇ ਕਹਿਣਾ ਕੀ ਚਾਹ ਰਿਹਾ, ਉਹ ਤੇ ਨਹੀਂ ਲੱਭ ਸਕਦਾ, ਉਹਦੇ ਨੁਆਂਸਿਸ ਨਹੀਂ ਲੱਭ ਸਕਦਾ। ਸੋ ਵਾਟ ਇਹਦੇ 'ਚ ਹੋਣ ਕੀ ਵਾਲਾ, ਅਗਰ ਐਲਗੋਰਿਦਮ ਦੇ ਬੇਸ ਤੇ ਜਾਂ AI ਦੇ ਬੇਸ ਤੇ ਤੁਸੀਂ ਅਗਰ ਚੱਲੋਗੇ ਇੰਟਰਪ੍ਰੀਟੇਸ਼ਨ ਵਾਸਤੇ, ਖਾਸ ਕਰਕੇ ਡਿਪਲੋਮੈਟਿਕ ਲੈਵਲ ਤੇ, ਦੋ ਵਰਲਡ ਲੀਡਰਸ ਦੇ ਵਿੱਚ ਜਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ, ਇੱਥੇ 192 ਕੰਟਰੀਜ਼ ਦੇ ਲੀਡਰਸ ਤੁਹਾਨੂੰ ਸੁਣ ਰਹੇ ਨੇ, ਤੇ ਇਹ ਬਹੁਤ ਵੱਡਾ ਬਲੰਡਰ ਹੋਏਗਾ, ਇੱਕ ਬੜੀ ਵੱਡੀ ਫਲॉप ਹੋਏਗੀ। ਸੋ ਉੱਥੇ ਤੁਹਾਨੂੰ ਇਨਸਾਨ ਚਾਹੀਦਾ, ਇੱਕ ਹਿਊਮਨ ਬੀਇੰਗ, ਇੱਕ ਵਾਰਮ ਬਾਡੀ ਚਾਹੀਦੀ ਹੈ ਜਿਹੜੀ ਸੁਣੇ, ਗ੍ਰਹਿਣ ਕਰੇ, ਸਮਝੇ, ਐਬਜ਼ੌਰਬ ਕਰਕੇ ਉਸਨੂੰ ਉਸੇ ਲੈਵਲ ਤੇ ਉਸੇ ਟੋਨ ਦੇ ਵਿੱਚ ਇੰਟਰਪ੍ਰੀਟੇਸ਼ਨ ਕਰਕੇ ਸੁਣਾ ਸਕੇ। ਉਹ ਇਨਸਾਨ ਜਿਹੜਾ ਬੋਲ ਰਿਹਾ ਹੈਗਾ, ਜੋ ਲੀਡਰ ਬੋਲ ਰਿਹਾ ਹੈ, ਜੋ ਵੀ ਸਪੀਕਰ ਬੋਲ ਰਿਹਾ ਹੈਗਾ, ਉਹਦੇ ਅੰਦਰ ਕੀ ਚੱਲ ਰਿਹਾ ਹੈਗਾ, ਕੀ ਉਹ ਐਕਸਪ੍ਰੈਸ ਕਰਨਾ ਚਾਹ ਰਿਹਾ ਹੈ, ਤੁਸੀਂ ਉਹਨੂੰ ਐਨਾਲਾਈਜ਼ ਕਰਕੇ ਸਮਝਾ ਸਕੋ, ਬਜਾਏ ਇਹਦੇ ਕਿ ਇਹ ਸੈਟ ਆਫ ਵਰਡਸ ਨੇ ਐਲਗੋਰਿਦਮ ਤੇ, ਇਹ ਵਰਡ ਇੱਥੇ ਲੱਗੇਗਾ, ਇਹ ਵਰਡ ਇੱਥੇ ਲੱਗੇਗਾ। ਉਸ ਤਰ੍ਹਾਂ ਨਹੀਂ ਹੋਣ ਵਾਲਾ ਇੰਟਰਪ੍ਰੀਟੇਸ਼ਨ। ਮਤਲਬ ਮੈਨੂੰ ਤਾਂ ਲੱਗਦਾ ਹੈ ਕਿ ਐਟਲੀਸਟ ਰਾਈਟ ਨਾਓ, ਮੈਨੂੰ ਲੱਗਦਾ ਇਨ ਦ ਨੈਕਸਟ ਡੈਕੇਡਸ অর ਸੋ ਇਹ ਪੋਸੀਬਲ ਹੋ ਪਾਏਗਾ।
ਸੋ ਵਿਚ ਇਜ਼ ਸੋ ਲਾਈਕ ਕਿ ਆਪਾਂ ਮੈਨੂੰ ਐਵੇਂ ਲੱਗ ਰਿਹਾ ਕਿ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਤੇ ਗੁਰਮਤਿ ਸਿਧਾਂਤ ਵੀ ਸਾਹਮਣੇ ਮੈਂ ਦੇਖ ਰਿਹਾ ਕਿ ਇਹ ਸੁਣਨਾ ਐਬਜ਼ੌਰਬ ਕਰਨਾ ਇਹ ਬੜੀ ਇੱਕ ਕ੍ਰਿਟੀਕਲ ਚੀਜ਼ ਹੋ ਚੁੱਕੀ ਹੈ ਅੱਜ। ਜੀ ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਆ, ਸੁਣਿਆ ਸਿਤ ਪੇ ਸੁਨਾ ਪੌੜੀਆਂ ਨੇ ਉਹਦੇ ਵਿੱਚ ਕਿ ਜਾਂ ਸੁਣਨਾ ਸੁਣਨਾ ਔਰ ਗ੍ਰਹਿਣ ਕਰਨਾ, ਉਹਨੂੰ ਗ੍ਰਹਿਣ ਕਰਨਾ, ਫਿਰ ਜ਼ਬਤ ਕਰਨਾ, ਉਸਨੂੰ ਉਸਨੂੰ ਉਹਨੂੰ ਆਪਣੇ ਜ਼ਬਤ ਕਰ ਅੰਦਰ ਪਾਣਾ। ਹਾਂਜੀ ਇਨਵਾਈਟ ਕਰਨਾ। ਬਿਲਕੁਲ that is very important and that is where ਜਿਹੜੀ ਹਿਊਮਨ ਇੰਟੈਲੀਜੈਂਸ ਹੈ ਉਹ ਆਪਰੇਟ ਹੁੰਦੀ ਹੈ। ਜੀ ਗੁਰਦੀਪ ਕੌਰ ਜੀ, it's like I feel like talking to you for hours and hours together, ਥੈਂਕ ਯੂ but ਸੋ we all ਮਚ। have our limitations. Yeah, But ਤੁਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਮੈਨੂੰ ਵੀ ਬਹੁਤ ਅੱਛਾ ਯਕੀਨ ਲੱਗਿਆ। ਜਾਣਨਾ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਇੱਕ ਰਜੌਰੀ ਗਾਰਡਨ ਚ ਪੜ੍ਹੀ ਇੱਕ ਸਕੂਲ ਗਰਲ, ਉਹੀ ਮੇਰੇ ਸਕੂਲ ਦੀ ਅੱਜ ਇਤਨੀ ਹਲੀਮੀ ਨਾਲ ਨਹੀਂ ਨਹੀਂ ਸੇਵਾ ਨਹੀਂ, ਨਿਭਾ ਖੁਸ਼ੀ ਰਹੀ ਮੈਨੂੰ ਵੀ ਹੈਗੀ ਬਹੁਤ ਮਾਣ ਵਾਈਟ ਹੈਗਾ। ਹਾਊਸ ਦੇ ਵਿੱਚ। ਨਹੀਂ ਬਹੁਤ And ਮਾਣ ਹੈਗਾ, ਬਹੁਤ I ਮਾਣ। can't thank you enough ਕਿ you took the time out. We met here in London as well ਤੇ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਵਾਰਤਾਲਾਪ ਬਿਲਕੁਲ ਕੀਤੀ। And I'm ਮੇਰੇ sure ਵਾਸਤੇ ਬਹੁਤ ਬਹੁਤ ਜ਼ਿਆਦਾ ਫਖਰ ਦੀ ਗੱਲ ਹੈ ਵੀ ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲ ਕੀਤੀ, ਲੋਕਾਂ ਨਾਲ ਅਸੀਂ ਥੋੜਾ ਆਪਣਾ ਮੈਸੇਜ ਪਹੁੰਚਾ ਸਕੀਏ, ਇਹੀ ਚਾਹੁੰਦੇ ਹਾਂ ਅਸੀਂ ਵੀ। ਹਾਂਜੀ And once again, my gratitude ਥੈਂਕ and my ਯੂ, best ਮਾਈ wishes ਪਲੇਜ਼ਰ। to you ਥੈਂਕ and your family. ਤੇ ਯੂ। ਸਾਡੇ ਸਕੂਲ ਵੱਲੋਂ ਵੀ ਮੈਂ ਉਹਨਾਂ ਦਾ ਸਪੋਕਸਪਰਸਨ ਤੇ ਨਹੀਂ ਹੈਗਾ, ਲੇਕਿਨ ਉਹਨਾਂ ਵੱਲੋਂ ਵੀ ਗੁਰੂ ਨਾਨਕ ਪਬਲਿਕ ਸਕੂਲ ਵੱਲੋਂ ਵੀ I think I can take this liberty ਥੈਂਕ ਯੂ। to say that we are all proud of it. Yes, thank you. Thank ਠੀਕ you. ਹੈ ਜੀ, Thank you for all your ਚੰਗਾ ਜੀ, contributions also. ਸਤਿ ਸ਼੍ਰੀ Thank you. ਅਕਾਲ। Sat Sri Akal to all. Thank you so Yeah, much once again. thank you.